ਜਿੱਥੇ ਭਾਰਤੀ ਫੌਜ ਨੇ ਛੋਟੇ ਛੋਟੇ ਬੱਚਿਆਂ ਨੂੰ ਪਹਿਲਾਂ ਹਵਾ ਵਿੱਚ ਉੱਪਰ ਸੁੱਟਿਆ ਪ੍ਰਕਰਮਾਂ ਦੇ ਵਿੱਚ, ਗੁਰੂ ਰਾਮਦਾਸ ਸਰਾਂ ਦੇ ਵਿੱਚ, ਤੇ ਬਾਅਦ ਵਿੱਚ ਥੱਲੇ ਬਰਸਟ ਮਾਰ ਕੇ ਬੱਚਿਆਂ ਨੂੰ ਸ਼ਹੀਦ ਕਰ ਦਿੰਦੇ ਸੀ। ਬਾਅਦ ਦੇ ਵਿੱਚ ਚੱਕ ਕੇ ਭਰਾ ਮਾਰਦੇ ਸੀ। ਆਪਾਂ ਦੇ ਜਾਣ ਲੱਗ 2-2 ਮਹੀਨੇ ਦੇ 6-6 ਮਹੀਨੇ ਬੱਚਿਆਂ ਨੂੰ ਉਹਨਾਂ ਨੇ ਲੱਤਾਂ ਤੋਂ ਫੜ ਕੇ ਦੋ ਫਾੜ ਕੀਤਾ ਜ਼ਾਲਮਾਂ ਨੇ। ਇਹ ਸ਼ਾਇਦ ਇਹ ਆਪਰੇਸ਼ਨ ਬਲੂ ਸਟਾਰ ਨਾ ਹੁੰਦਾ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉੱਥੋਂ ਪਹਿਲਾਂ ਹੀ ਬਾਹਰ ਆ ਜਾਂਦੇ। ਰਾਜੀਵ ਗਾਂਧੀ ਦਾ ਜਵਾਬ ਸੀਗਾ ਕਿ ਸੰਤ ਭਿੰਡਰਾਂਵਾਲਾ ਇੱਕ ਧਾਰਮਿਕ ਆਗੂ ਆ। ਸੋ ਜੇ ਉਹ ਧਾਰਮਿਕ ਆਗੂ ਸੀਗਾ 2 ਮਹੀਨੇ ਪਹਿਲਾਂ, 2 ਮਹੀਨਿਆਂ ਦੇ ਵਿੱਚ ਉਹ ਏਡਾ ਵੱਡਾ ਅੱਤਵਾਦੀ ਕਿੱਦਾਂ ਬਣ ਗਿਆ? ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦੇ ਉੱਤੇ ਕੀਤੀ ਹੈ। ਸਾਡੇ ਲੀਡਰਸ ਜਿਹੜੇ ਹੈਗੇ ਨੇ, ਕੀ ਉਹਨਾਂ ਨੇ ਇਸ ਮਸਲੇ ਨੂੰ ਇੰਟਰਨੈਸ਼ਨਲ ਲੈਵਲ ਤੇ ਕਿੱਥੇ ਤੱਕ ਪਹੁੰਚਾਇਆ? ਅੱਜ ਤੱਕ 36 ਸਾਲਾਂ ਦੇ ਵਿੱਚ ਕੀ ਇੱਥੇ ਕੋਈ ਪ੍ਰਾਪਤੀ ਮਿਲੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਬ੍ਰਿਟਿਸ਼ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਦਾਸ ਬਲਜਿੰਦਰ ਸਿੰਘ। ਜਿਵੇਂ ਕਿ ਤੁਹਾਨੂੰ ਪਤਾ ਜੀ, ਪ੍ਰੋਗਰਾਮਾਂ ਦੀ ਲੜੀ ਚੱਲਦੀ ਪਈ ਹੈ ਤੇ ਲੈ ਕੇ ਹਾਜ਼ਰਾਂ ਪ੍ਰੋਗਰਾਮ AK-47 ਵਾਲੇ। ਇਸ ਲੜੀ ਦੇ ਵਿੱਚ ਪਿਛਲੇ ਐਪੀਸੋਡ 'ਚ ਗੱਲਬਾਤ ਹੋਈ ਸੀ ਡਾਕਟਰ ਅਨੁਰਾਗ ਸਿੰਘ, ਸਿੱਖ ਸਕਾਲਰ ਲੁਧਿਆਣੇ ਤੋਂ, ਜਿੱਥੇ ਗੱਲਬਾਤ ਸ਼ੁਰੂ ਹੋਈ ਇਹਨਾਂ ਪ੍ਰੋਗਰਾਮਾਂ ਦੇ ਤਹਿਤ ਕਿ ਜੂਨ 1984 ਨਾ ਭੁਲਾਇਆ ਜਾਣ ਵਾਲਾ, ਨਾ ਭੁੱਲਣ ਵਾਲਾ, ਕਦੇ ਵੀ ਨਾ ਭੁੱਲਣ ਵਾਲਾ ਸਿੱਖ ਕੌਮ ਦੇ ਹਿੱਕ ਦੇ ਉੱਤੇ ਹਮੇਸ਼ਾ ਹੀ ਇੱਕ ਵੱਡਾ ਜ਼ਖਮ ਜਿਹੜਾ ਕਿ ਸੁਲਗਦਾ ਰਹੇਗਾ। ਭਾਰਤੀ ਸਰਕਾਰ ਦੇ ਵੱਲੋਂ ਐਸੀ ਦਰਦਨਾਕ ਤੇ ਐਸੀ ਮਾੜੀ ਜਿਹੜੀ ਹਰਕਤ ਕੀਤੀ ਗਈ ਜਿਸ ਨੂੰ ਕਿ ਰਹਿੰਦੀ ਉਮਰਾਂ ਤੱਕ ਸਿੱਖ ਕਦੇ ਨਹੀਂ ਭੁਲਾ ਸਕਣਗੇ। ਤੇ ਇਸੇ ਕਰਕੇ ਜੂਨ 84 ਦੇ ਅੱਗੇ ਇੱਕ ਸ਼ਬਦ ਵਰਤਿਆ ਜਾਂਦਾ ਹੈ, ਨੈਵਰ ਫੋਰਗੇਟ 1984। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਜੂਨ 84 ਦੇ ਵਿੱਚ ਹੋਏ ਉਸ ਦਿਨ ਦੀਆਂ, ਜਾਣੀ ਕਿ ਅੱਜ ਜਿਵੇਂ ਕਿ 4 ਜੂਨ ਹੈ। ਸੋ ਅੱਜ ਸਾਡੇ ਸਟੂਡੀਓ 'ਚ ਗੱਲਬਾਤ ਲਈ ਮੌਜੂਦ ਨੇ ਇਸ ਸੰਘਰਸ਼ ਨਾਲ ਜੁੜੇ ਹੋਏ ਸਾਡੇ ਸਤਿਕਾਰਯੋਗ ਸਰਦਾਰ ਲਵਸ਼ਿੰਦਰ ਸਿੰਘ ਜੀ ਡੱਲੇਵਾਲ ਕਮੈਂਟਰੀ ਤੋਂ। ਲਵਸ਼ਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲਵਸ਼ਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਡਾ ਨਿੱਘਾ ਜੀ ਆਇਆਂ ਸਵਾਗਤ ਕਰਦੇ ਹਾਂ ਤੇ ਉੱਥੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਇੱਕ ਛੋਟੀ ਜਿਹੀ ਬੇਨਤੀ ਨੂੰ ਮੰਨ ਕੇ ਤੇ ਆਪਣਾ ਕੀਮਤੀ ਸਮਾਂ ਕੱਢਿਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਬਹੁਤ ਰੁਝੇਵੇਂ ਹੁੰਦੇ ਨੇ, ਬਹੁਤ ਡਿਫਰੈਂਟ ਟੀਵੀਜ਼ ਤੇ ਰੇਡੀਓ ਤੇ ਟਾਕ ਹੁੰਦੀਆਂ ਨੇ ਦੁਨੀਆ ਭਰ ਦੇ ਵਿੱਚ। ਲਵਸ਼ਿੰਦਰ ਸਿੰਘ ਜੀ, ਅੱਜ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਕਿ ਅਸੀਂ ਜਾਣਦੇ ਹਾਂ ਕਿ ਜੂਨ 1984 ਦੇ ਵਿੱਚ ਹੋਏ ਉਸ ਸਾਰੇ ਵਾਕਿਆ ਨੂੰ। ਹਰੇਕ ਸਾਲ ਵੱਡੇ ਪ੍ਰੋਗਰਾਮ ਹੁੰਦੇ ਨੇ, ਵੱਡੇ ਟਾਕਸ ਹੁੰਦੇ ਨੇ, ਪਰ ਸ਼ਬਦ ਵਰਤਿਆ ਜਾਂਦਾ ਹੈ ਨੈਵਰ ਫੋਰਗੇਟ 1984। ਸੋ ਜਦਕਿ ਸਾਨੂੰ ਪਤਾ ਹੈ ਕਿ ਅਸੀਂ ਇਸ ਚੀਜ਼ ਨੂੰ ਕਦੀ ਭੁਲਾ ਨਹੀਂ ਸਕਦੇ, ਪਰ ਫਿਰ ਵੀ ਸਾਨੂੰ ਕਿਉਂ ਲੋਕਾਂ ਅੱਗੇ ਇਹ ਆਵਾਜ਼ ਉਠਾਉਣੀ ਪੈਂਦੀ ਹੈ ਕਿ ਲੋਕ ਆਪਣੇ ਇਤਿਹਾਸ ਤੋਂ ਟੁੱਟਦੇ ਜਾ ਰਹੇ ਨੇ, ਕਿ ਜਾਂ ਲੋਕ ਹੌਲੀ ਹੌਲੀ ਜਿਵੇਂ ਕਿਸੇ ਚੀਜ਼ ਤੇ ਘੱਟਾ ਪੈਂਦਾ ਹੈ ਤੇ ਉਹ ਧੁੰਦਲੀ ਹੁੰਦੀ ਜਾ ਰਹੀ ਹੈ, ਕਿ ਇੰਜ ਪ੍ਰਤੀਤ ਹੁੰਦਾ ਹੈ। ਬਲਜਿੰਦਰ ਸਿੰਘ ਜੀ, ਜਿੰਨੀਆਂ ਦੁਨੀਆ ਵਿੱਚ ਕੌਮਾਂ ਆ ਨਾ, ਉਹਨਾਂ ਕੌਮਾਂ ਦੇ ਹਰੇਕ ਕੌਮ ਦੇ ਵਿੱਚ ਇੱਕ ਵੱਡਾ ਹਿੱਸਾ ਇਹੋ ਜਿਹਾ ਹੁੰਦਾ ਜਿਹਨੂੰ ਵਾਰ-ਵਾਰ ਅਗਾਹ ਕਰਾਉਣਾ ਪੈਂਦਾ ਹੁੰਦਾ। ਪਰ ਜਿਹੜੇ ਅਗਾਹ ਕਰਾਉਣ ਵਾਲੇ ਹੁੰਦੇ ਆ, ਜਾਂ ਜਿਹੜੇ ਕਿਸੇ ਵੀ ਕੌਮ ਨੂੰ ਆਜ਼ਾਦ ਕਰਾਉਣ ਵਾਲੇ ਹੁੰਦੇ ਆ, ਜਾਂ ਕੌਮ ਦੇ ਹੱਕਾਂ ਹਿੱਤਾਂ ਦੇ ਕੌਮੀ ਆਜ਼ਾਦੀ ਦੀ ਗੱਲ ਕਰਨ ਵਾਲੇ ਜਾਂ ਉਹਨਾਂ ਤੇ ਅਮਲ ਕਰਨ ਵਾਲੇ ਹੁੰਦੇ ਆ, ਉਹਨਾਂ ਦੀ ਗਿਣਤੀ ਸਾਰੀਆਂ ਕੌਮਾਂ ਦੇ ਵਿੱਚ ਹੀ ਬਹੁਤ ਘੱਟ ਹੋਇਆ ਕਰਦੀ ਆ। ਚਾਹੇ ਆਪਣੀ ਸਿੱਖਾਂ ਦੀ ਗੱਲ ਨਹੀਂ, ਸਾਰੀਆਂ ਕੌਮਾਂ ਵਿੱਚ ਆਪਾਂ ਵੇਖ ਸਕਦੇ ਹਾਂ ਇਹਦੀ ਉਦਾਹਰਨ। ਸੋ ਇਸ ਕਰਕੇ ਜਿਹੜੇ ਇਸ ਰਾਸਤੇ ਤੇ ਤੁਰਦੇ ਆ, ਉਹਨਾਂ ਦਾ ਫਰਜ਼ ਬਣਦਾ ਕਿ ਆਪਣੀ ਕੌਮ ਨੂੰ ਸਦਾ ਹੀ ਕੋਈ ਜਾਗਦੀ ਰੱਖਣ। ਅੱਬਲ ਤਾਂ ਜਾਗਦੀ ਆ ਆਪਣੀ ਕੌਮ, ਤਾਂ ਪਤਾ ਹੀ ਆ ਨਾ, ਪਰ ਫਿਰ ਵੀ ਆਪਣਾ ਫਰਜ਼ ਹਰ ਸਾਲ ਇਹੀ ਹੁੰਦਾ, ਹਰ ਦਿਨ ਇਹੀ ਹੁੰਦਾ ਕਿ ਕੌਮ ਤੇ ਜਿਹੜਾ ਜ਼ੁਲਮ ਹੋਇਆ ਜੂਨ 1984 ਦੇ ਤੀਸਰੇ ਖੂਨੀ ਘੱਲੂਘਾਰੇ ਦੇ ਵਿੱਚ, ਜਿਹੜਾ ਤੀਸਰਾ ਘੱਲੂਘਾਰਾ ਵਾਪਰਿਆ ਸਿੱਖ ਤਵਾਰੀਖ ਦੇ ਵਿੱਚ, ਤੇ ਉਹਦੇ ਬਾਰੇ ਸਿੱਖ ਕੌਮ ਨੂੰ, ਕਿਉਂਕਿ ਗਾਂਹ ਤੋਂ ਗਾਂਹ ਨਵੀਆਂ ਪੀੜ੍ਹੀਆਂ ਆ ਰਹੀਆਂ, ਹੁਣ 36 ਸਾਲ ਹੋ ਗਏ ਆ ਤੇ ਤੀਸਰੀ ਪੀੜ੍ਹੀ ਹੁਣ ਆ ਗਈ ਆ, ਤੇ ਉਹ ਤੀਸਰੀ ਪੀੜ੍ਹੀ ਨੂੰ ਤਾਂ ਆਪਾਂ ਦੱਸਾਂਗੇ ਤਾਂ ਹੀ ਪਤਾ ਲੱਗੇਗਾ ਨਾ। ਇਸ ਕਰਕੇ ਆਪਣੇ ਵਾਸਤੇ ਜ਼ਰੂਰੀ ਆ ਕਿ ਹਰ ਸਾਲ ਇਹਨਾਂ ਨੂੰ ਕੌਮ ਦੀ ਨਵੀਂ ਜਨਰੇਸ਼ਨ ਨੂੰ ਪੂਰੀ ਤਰ੍ਹਾਂ ਦੱਸਿਆ ਜਾਵੇ ਕਿ ਅਸਲ ਵਿੱਚ ਸੱਚ ਕੀ ਆ, ਤੇ ਕਿਵੇਂ ਉਸ ਵੇਲੇ ਭਾਰਤ ਸਰਕਾਰ ਨੇ ਟੈਂਕਾਂ ਤੇ ਤੋਪਾਂ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਧਾਵਾ ਬੋਲਿਆ ਸੀਗਾ। ਔਰ 20ਵੀਂ ਸਦੀ ਦੇ ਮਹਾਨ ਜਰਨੈਲ, ਸੰਤਾਂ ਦੇ ਸੰਤ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਨੂੰ, ਔਰ ਗਰਲਸ ਵਿੰਗ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਜੀ ਨੂੰ, ਜਨਰਲ ਸ਼ਵੇਕ ਸਿੰਘ, ਬਾਬਾ ਠਾਰਾ ਸਿੰਘ, ਭਾਈ ਮਹਿੰਗਾ ਸਿੰਘ ਨੇ ਸਮੇਤ ਉੱਥੇ ਸੈਂਕੜੇ ਹੀ ਸਿੱਖਾਂ ਨੂੰ ਸ਼ਹੀਦ ਕੀਤਾ ਸੀ, ਔਰ ਕੋਹ ਕੇ ਸ਼ਹੀਦ ਕੀਤਾ ਸੀਗਾ। ਜੇ ਆਪਾਂ ਜ਼ੁਲਮ ਦੀ ਗੱਲ ਕਰੀਏ ਨਾ, ਆਪਾਂ ਕਹਿੰਦੇ ਆ ਕਿ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਾਡੀਆਂ ਸਤਿਕਾਰਯੋਗ ਮਾਤਾਵਾਂ ਨੇ ਸਵਾ ਮਣ ਦੇ ਪੀਸੇ ਬੱਚਿਆਂ ਨੇ ਉਹਨਾਂ ਦੇ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਝੋਲੇ 'ਚ ਹਾਰ ਪਵਾਏ ਸੀ, ਔਰ ਉਹਨਾਂ ਦੇ ਸਾਹਮਣੇ ਜੋ ਮੁਗਲ ਸਿਪਾਹੀ ਸੀ ਉਹ ਬੀਬੀਆਂ ਦੇ ਬੱਚਿਆਂ ਨੂੰ ਫੜ ਕੇ ਪਹਿਲਾਂ ਹਵਾ 'ਚ ਉਛਾਲਦੇ ਸੀ, ਥੱਲੇ ਨੇਜਾ ਕਰ ਦਿੰਦੇ ਸੀ। ਬੱਚਾ ਨੇਜੇ ਵਿੱਚ ਬਰਛੀ ਵਿੱਚ ਪਰੋਇਆ ਜਾਂਦਾ ਸੀ, ਸ਼ਹੀਦ ਹੋ ਜਾਂਦਾ ਸੀਗਾ। ਬਾਅਦ ਦੇ ਵਿੱਚ ਉਹਦੇ ਟੁਕੜੇ ਕਰਕੇ ਮਾਤਾਵਾਂ ਦੀ ਝੋਲਿਆਂ ਦੇ ਵਿੱਚ ਸਿੱਟ ਦਿੰਦੇ ਸੀਗੇ। ਸੋ ਇਹੀ ਵਾਕਿਆ, ਇਹੀ ਵਰਤਾਰਾ ਜੂਨ 1984 ਦੌਰਾਨ ਹੋਇਆ, ਜਿੱਥੇ ਭਾਰਤੀ ਫੌਜ ਨੇ ਛੋਟੇ ਛੋਟੇ ਬੱਚਿਆਂ ਨੂੰ ਪਹਿਲਾਂ ਹਵਾ ਵਿੱਚ ਉੱਪਰ ਸੁੱਟਿਆ ਪਰਿਕਰਮਾ ਦੇ ਵਿੱਚ, ਗੁਰੂ ਰਾਮਦਾਸ ਰਾਹ ਦੇ ਵਿੱਚ, ਤੇ ਬਾਅਦ ਵਿੱਚ ਥੱਲੇ ਬਰਸਟ ਮਾਰ ਕੇ ਬੱਚਿਆਂ ਨੂੰ ਸ਼ਹੀਦ ਕਰ ਦਿੰਦੇ ਸੀ। ਬਾਅਦ ਦੇ ਵਿੱਚ ਚੱਕ ਕੇ ਭਰਾ ਮਾਰਦੇ ਸੀ। ਜਾਂ ਆਪਾਂ ਦੇ ਜਾਣ ਲੱਗ 2-2 ਮਹੀਨੇ ਦੇ 6-6 ਮਹੀਨੇ ਬੱਚਿਆਂ ਨੂੰ ਉਹਨਾਂ ਨੇ ਲੱਤਾਂ ਤੋਂ ਫੜ ਕੇ ਦੋ ਫਾੜ ਕੀਤਾ ਜ਼ਾਲਮਾਂ ਨੇ। ਸੋ ਇਹ ਜ਼ੁਲਮ ਭਾਰਤ ਸਰਕਾਰ ਨੇ ਕੀਤਾ, ਇਹ ਕਦੀ ਵੀ ਭੁੱਲ ਨਹੀਂ ਸਕਦਾ, ਔਰ ਨਾ ਹੀ ਕਦੀ ਭੁਲਾਇਆ ਜਾ ਸਕਦਾ, ਨਾ ਹੀ ਕਦੀ ਇਹ ਕਰਨ ਵਾਲੇ ਬਖਸ਼ੇ ਜਾ ਸਕਦੇ ਆ। ਸੋ ਮੈਂ ਇੱਕ ਗੱਲ ਇੱਥੇ ਤੁਹਾਨੂੰ ਸਾਂਝੀ ਤੁਹਾਡੇ ਤੋਂ ਚਾਹੁੰਦਾ ਕਰਵਾਉਣੀ ਕਿ ਲਖਵਿੰਦਰ ਸਿੰਘ ਜੀ, ਅਸੀਂ ਕਹਿੰਦੇ ਆ ਕਿ ਤਕਰੀਬਨ 100 ਦੇ ਕਰੀਬ ਸਿੰਘ ਸਨ ਜਿਨ੍ਹਾਂ ਨੇ ਉਹ ਮੋਰਚਾ ਨਹੀਂ ਛੱਡਿਆ ਆਖਰੀ ਦਮ ਤੱਕ। ਸੋ ਲਖਵਿੰਦਰ ਸਿੰਘ ਜੀ, ਕੀ ਤੁਸੀਂ ਤੁਹਾਡੇ ਕੋਲ ਜੇ ਕੋਈ ਜਾਣਕਾਰੀ ਹੋਵੇ ਕਿ ਕਿਸੇ ਸੰਸਥਾ ਦੇ ਵੱਲੋਂ ਜਾਂ ਕਿਸੇ ਵੀ ਆਪਣੇ ਕਹਿ ਲਓ ਕਿ ਸਿੱਖ ਲੀਡਰ ਦੇ ਵੱਲੋਂ ਜਾਂ ਕੌਮੀ ਅਦਾਰਿਆਂ ਦੇ ਵੱਲੋਂ ਜਿਹੜੇ ਉਹ 100 ਸਿੰਘ ਜਿਹੜੇ ਸ਼ਹੀਦ ਹੋਏ ਆ, ਕੀ ਉਹਨਾਂ ਦੀ ਕੋਈ ਸੂਚੀ ਤਿਆਰ ਕੀਤੀ ਗਈ ਅੱਜ ਤੱਕ, ਕਿਤੇ ਨਸ਼ਰ ਕੀਤੀ ਗਈ? ਜੀ ਬਿਲਕੁਲ, ਸੂਚੀ ਉਹਦੀ ਹੈਗੀ ਆ। ਕੋਈ 250 ਦੇ ਕਰੀਬ ਸਿੰਘ ਆ ਜਿਹੜੇ ਲੜਕੇ ਸ਼ਹੀਦ ਹੋਏ ਆ, ਉਹਨਾਂ ਦੀ ਸਾਰਾ ਬਾਇਓਡਾਟਾ ਸਾਰਾ ਹੈਗਾ, ਉਹਨਾਂ ਦੇ ਪਿੰਡ ਦੀਆਂ ਤਸਵੀਰਾਂ ਵੀ ਹੈਗੀਆਂ, ਜਾਂ ਲਗਭਗ ਸਾਰਿਆਂ ਦੀਆਂ, ਥੋੜਿਆਂ ਦੀਆਂ ਹੈ ਨਹੀਂ ਗੀਆਂ। ਸੋ ਉਹ ਜਿਹੜੇ ਸਿੰਘ ਸੀਗੇ ਉਹ ਪਹਿਲਾਂ ਹੀ ਉੱਥੇ ਰਹਿੰਦੇ ਸੀਗੇ, ਪੂਰੀ ਤਰ੍ਹਾਂ ਦੇ ਨਾਲ ਟ੍ਰੇਨਡ ਸੀਗੇ, ਔਰ ਜਨਰਲ ਸ਼ਵੇਕ ਸਿੰਘ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਪੂਰੀ ਸਿਖਲਾਈ ਪ੍ਰਾਪਤ ਸੀਗੀ। ਸੋ ਜਨਰਲ ਸ਼ਵੇਕ ਸਿੰਘ ਨੇ ਜਿੱਥੇ ਜਿਹੜੀ ਉੱਥੇ ਕਮਾਂਡ ਕੀਤੀ ਆ ਨਾ, ਉਹ ਇੱਕ ਬੇਮਿਸਾਲ ਕਮਾਂਡ ਕੀਤੀ ਆ, ਔਰ ਦੁਨੀਆ ਦੀ ਚੌਥੀ ਫੌਜੀ ਤਾਕਤ ਦਾ 72 ਘੰਟੇ ਮੁਕਾਬਲਾ ਕਰਨਾ, ਇੱਕ ਅਸਾਮੀ ਜੰਗ ਲੜਨੀ, ਕਿਉਂਕਿ ਸਿੰਘਾਂ ਦੇ ਕੋਲ ਤਾਂ ਦੇਸੀ ਹਥਿਆਰ ਸੀਗੇ, ਦਨਾਲੀਆਂ ਸੀ, 315 ਬੋਰ ਦੀਆਂ ਰਾਈਫਲਾਂ ਸੀ, 303 ਦੀਆਂ ਸੀਗੀਆਂ, ਜਾਂ ਥੋੜੀਆਂ ਅਸਾਲਟਾਂ ਸੀਗੀਆਂ, ਕਾਰਬਾਈਨਾਂ ਜਾਂ ਸਕੇਨਾਂ ਸੀਗੀਆਂ, ਤੇ ਦੂਜੇ ਪਾਸੇ ਉਹਨਾਂ ਕੋਲ SMG ਸੀਗੀਆਂ, SLRਾਂ ਸੀਗੀਆਂ, ਮਸ਼ੀਨ ਗੰਨਾਂ ਸੀਗੀਆਂ, ਹੈਲੀਕਾਪਟਰ ਸੀਗੇ, ਔਰ ਜ਼ਹਿਰੀਲੀ ਗੈਸ ਸੀ, ਟੈਂਕ ਸੀ, ਤੋਪਾਂ ਸੀ। ਔਰ ਇਹੋ ਜਿਹੀ ਧਾੜ ਦਾ ਜਿਹੜੀ 1 ਲੱਖ ਦੇ ਕਰੀਬ ਇਸੇ ਆਪਰੇਸ਼ਨ ਵਾਸਤੇ ਝੋਕੀ ਉਹਨੇ ਅੰਮ੍ਰਿਤਸਰ ਦੇ ਵਿੱਚ, ਤੇ 1 ਲੱਖ ਨੂੰ ਬਾਹਰ ਲਾਈ ਪੂਰੇ ਪੰਜਾਬ ਦੇ ਵਿੱਚ, ਕਿਸੇ ਨੂੰ ਸੜਕ ਤੇ ਚੜ੍ਹ ਨਹੀਂ ਦਿੱਤਾ ਗਿਆ। ਤੇ ਉਹਨਾਂ ਦਾ ਇੰਨਾ ਚਿਰ ਮੁਕਾਬਲਾ ਕਰਨਾ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਮਾਰ ਦੇਣਾ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ 33,000 ਦੇ ਕਰੀਬ ਉੱਥੇ ਇਹਨਾਂ ਫੌਜ ਜਿਹੜੀ ਅਫੈਕਟਡ ਹੋਈ ਆ, ਜਿਨ੍ਹਾਂ ਵਿੱਚੋਂ 16,000 ਤੇ ਕੁਝ ਸੈਂਕੜੇ ਮਰੇ ਆ, ਤੇ 17,000 ਦੇ ਕਰੀਬ ਜ਼ਖਮੀ ਹੋਏ ਆ। ਸੋ ਇਹ ਇੱਕ ਬਹੁਤ ਵੱਡੀ ਇੱਕ ਅਸਾਮੀ ਜੰਗ ਆ, ਔਰ ਇਸੇ ਕਰਕੇ ਹੀ ਜਿਹਨੇ ਇਸ ਹਮਲੇ ਦੀ ਕਮਾਂਡ ਕੀਤੀ ਸੀ ਨਾ, ਉਹ ਕਿਸੇ ਦੇ ਘਰੇ ਜਾ ਕੇ ਗੱਲ ਉਹਨੇ ਕਬੂਲ ਕੀਤੀ ਸੀਗੀ ਕਿ ਇੰਨਾ ਜਿਹੜਾ ਨੁਕਸਾਨ ਆ ਉਹ ਸਾਡਾ, ਜਿਹੜੀਆਂ 3 ਜੰਗਾਂ ਹੋਈਆਂ, 2 ਪਾਕਿਸਤਾਨ ਦੇ ਨਾਲ ਤੇ ਤੀਜੀ ਚਾਈਨਾ ਦੇ ਨਾਲ, ਉਹਨਾਂ 3 ਜੰਗਾਂ ਵਿੱਚ ਵੀ ਇੰਨੇ ਫੌਜੀ ਸਾਡੇ ਨਹੀਂ ਮਰੇ, ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਦਰਬਾਰ ਸਾਹਿਬ ਹੋਇਆ। ਸੋ ਇਹ ਜਿਹੜੀ ਸਾਰੀ ਕਮਾਲ ਆ ਨਾ, ਇਹ ਜਨਰਲ ਸ਼ਵੇਕ ਸਿੰਘ ਦੀ ਯੁੱਧ ਨੀਤੀ ਦਾ ਕਮਾਲ ਸੀ, ਔਰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਆਸ਼ੀਰਵਾਦ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ, ਗੁਰੂ ਰਾਮਦਾਸ ਜੀ ਮਹਾਰਾਜ ਦੀ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸੀ। ਲਖਵਿੰਦਰ ਸਿੰਘ ਜੀ, ਡਿਲੀਵਰ ਸਾਹਿਬ, ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਆਮ ਹੀ ਇਹ ਸਵਾਲ ਜਿਹੜਾ ਕਿ ਮੀਡੀਆ ਦੇ ਵਿੱਚ ਜਿਹੜਾ ਕਿ ਉਛਾਲਿਆ ਜਾਂਦਾ ਹੈ, ਬਾਹਰ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾਂਦੀ ਹੈ, ਇਹਦੇ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ ਕਿ ਇਹ ਬਾਰ-ਬਾਰ ਲੋਕਾਂ ਨੂੰ ਇਹ ਕਿਹਾ ਜਾਂਦਾ ਕਿ ਇਹ ਸ਼ਾਇਦ ਇਹ ਆਪਰੇਸ਼ਨ ਬਲੂ ਸਟਾਰ ਨਾ ਹੁੰਦਾ ਜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਉੱਥੋਂ ਪਹਿਲਾਂ ਹੀ ਬਾਹਰ ਆ ਜਾਂਦੇ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਇਹ 100% ਝੂਠ ਆ, ਬਕਵਾਸ ਆ, ਬੇਤੁਕੀ ਗੱਲ ਆ ਇਹ। ਕਿਉਂਕਿ ਜੇ ਮੰਨ ਲਈਏ ਆਪਾਂ ਸੰਤਾਂ ਕਰਕੇ ਅਟੈਕ ਹੋਇਆ, ਤੇ ਬਾਕੀ ਜਿਹੜੇ 72 ਗੁਰਦੁਆਰਿਆਂ ਵਿੱਚ ਫੌਜ ਗਈ ਆ, ਜਿਨ੍ਹਾਂ ਵਿੱਚੋਂ 44 ਗੁਰਦੁਆਰੇ ਆ, ਉਹ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਬਾਇਓਡਾਟਾ ਤਿਆਰ ਕਰ ਲਿਆ ਗਿਆ ਆਪਣੇ ਭਾਈ ਪਰਮਜੀਤ ਸਿੰਘ ਹੁਣਾਂ ਨੇ, ਗਾਲੀ ਹੁਣਾਂ ਨੇ। ਸੋ ਉੱਥੇ ਤਾਂ ਸੰਤ ਭਿੰਡਰਾਂ ਵਾਲੇ ਹੈ ਨਾ ਸੀਗੇ, ਉਹਦਾ ਅਕਾਲ ਤਖਤ ਸਾਹਿਬ ਦੇ ਸੀਗੇ। ਦੂਜੀ ਗੱਲ ਆ, 2 ਮਹੀਨੇ ਪਹਿਲਾਂ, ਜੂਨ ਤੋਂ 2 ਮਹੀਨੇ ਪਹਿਲਾਂ ਰਾਜੀਵ ਗਾਂਧੀ ਪੰਜਾਬ ਆਉਂਦਾ, ਚੰਡੀਗੜ੍ਹ ਨੂੰ ਸੰਤਾਂ ਬਾਰੇ ਪ੍ਰਸ਼ਨ ਪੁੱਛਦੇ ਆ ਪੱਤਰਕਾਰ ਪ੍ਰੈਸ ਕਾਨਫਰੰਸ ਵਿੱਚ, ਉਹ ਕੋਈ ਜਵਾਬ ਨਹੀਂ ਦਿੱਤਾ। ਜਾਂ ਦੂਜੀ ਵਾਰ ਸਵਾਲ ਪੁੱਛਦੇ ਆ, ਰਾਜੀਵ ਗਾਂਧੀ ਦਾ ਜਵਾਬ ਸੀਗਾ ਕਿ ਸੰਤ ਭਿੰਡਰਾਂ ਵਾਲਾ ਇੱਕ ਧਾਰਮਿਕ ਆਗੂ ਆ। ਸੋ ਜੇ ਉਹ ਧਾਰਮਿਕ ਆਗੂ ਸੀਗਾ 2 ਮਹੀਨੇ ਪਹਿਲਾਂ, 2 ਮਹੀਨਿਆਂ ਦੇ ਵਿੱਚ ਉਹ ਏਡਾ ਵੱਡਾ ਅੱਤਵਾਦੀ ਕਿੱਦਾਂ ਬਣ ਗਿਆ? ਤੇ ਦੂਜੀ ਗੱਲ ਵੀ ਇਹ ਆ ਵੀ ਪੰਜਾਬ ਦੇ ਕਿਸੇ ਵੀ ਥਾਣੇ ਵਿੱਚ
ਸੰਤਾਂ ਦੇ ਖਿਲਾਫ ਕੋਈ FIR ਦਰਜ ਨਹੀਂ ਸੀ, ਕਿਸੇ ਵੀ ਅਦਾਲਤ ਵਿੱਚ ਉਹਨਾਂ ਦੇ ਖਿਲਾਫ ਕੋਈ ਪੈਂਡਿੰਗ ਕੇਸ ਨਹੀਂ ਸੀਗਾ, ਕਿਸੇ ਵੀ ਅਦਾਲਤ ਨੇ ਉਹਨਾਂ ਨੂੰ ਭਗੌੜਾ ਕਰਾਰ ਨਹੀਂ ਸੀ ਦਿੱਤਾ ਹੋਇਆ, ਤੇ ਫਿਰ ਉਹਨਾਂ ਕਰਕੇ ਅਟੈਕ ਹੋਇਆ ਤੇ ਕਿੱਦਾਂ ਹੋ ਸਕਦਾ? ਇਹ ਜਾਣ-ਬੁੱਝ ਕੇ ਕੀਤਾ। ਜਨਰਲ ਸਿਨਹਾ ਜਿਹੜਾ ਹੋਇਆ ਨਾ, ਉਹਦੇ ਇਸ ਗੱਲ ਨੂੰ ਖੁਦ ਕਬੂਲ ਕੀਤਾ ਕਿ ਜੂਨ 1984 ਵਿੱਚ ਘੱਲੂਘਾਰਾ ਵਾਪਰਿਆ ਤੇ 2 ਸਾਲ ਪਹਿਲਾਂ ਇੰਦਰਾ ਗਾਂਧੀ ਦੇ ਦਿਮਾਗ ਵਿੱਚ ਫਤੂਰ ਆ ਚੁੱਕਾ ਸੀ ਕਿ ਮੈਂ ਸਿੱਖਾਂ ਨੂੰ ਸਬਕ ਸਿਖਾਉਣਾ, ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣਾ, ਉਹਨਾਂ ਦੀ ਇਸ ਤਰ੍ਹਾਂ ਤੋੜਨਾ ਕਿ ਮੁੜ ਕੇ ਉੱਠਣ ਜੋਗੇ ਨਾ ਰਹਿਣ। ਜੇ ਉਹਦਾ ਇੱਕ ਬਹੁਤ ਵੱਡਾ ਭੁਲੇਖਾ ਸੀਗਾ। ਹੁਣ ਚਕਰਾਤਾ ਦੇ ਵਿੱਚ ਦੇਖੋ, ਅਗਸਤ ਦੇ ਵਿੱਚ ਮੋਰਚਾ ਸ਼ੁਰੂ ਹੁੰਦਾ, 4 ਅਗਸਤ ਨੂੰ ਧਰਮ ਯੁੱਧ ਮੋਰਚਾ ਜਿਹੜਾ, ਉਹ 4 ਅਗਸਤ ਨੂੰ ਸ਼ੁਰੂ ਹੁੰਦਾ। ਜ਼ਾਹਰ ਹੁੰਦੀ ਗੱਲ ਕਿ ਇਹਨਾਂ ਦਾ ਪ੍ਰੀ ਪਲਾਨ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ, ਉਹ ਇਹਨਾਂ ਨੇ ਕੀਤਾ। ਸੰਤ ਭਿੰਡਰਾਂਵਾਲਿਆਂ ਦਾ ਕੋਈ ਵੀ ਬਹਾਨਾ ਨਹੀਂ ਇਹਨਾਂ ਦਾ ਚੱਲ ਸਕਦਾ, ਸੋ ਇਹ ਜਾਣ-ਬੁੱਝ ਕੇ ਕੀਤਾ। ਜਿਸ ਤਰ੍ਹਾਂ ਪਹਿਲੇ 2 ਘੱਲੂਘਾਰੇ ਵਾਪਰੇ, ਇਹ ਘੱਲੂਘਾਰਾ ਨੇ ਵਰਤਾਇਆ, ਤੇ ਇਸੇ ਕਰਕੇ ਵਰਤਾਇਆ ਕਿ ਜੇ 90% ਦੀਆਂ ਕੁਰਬਾਨੀਆਂ ਸਿੱਖ ਦੇ ਕੇ ਅੰਗਰੇਜ਼ਾਂ ਨੂੰ ਕੱਢ ਸਕਦੇ ਆ ਕਿ ਸਾਡੇ ਕੋਲੋਂ ਆਪਣਾ ਹੱਕ ਪ੍ਰਾਪਤ ਕਰਨ ਤੋਂ ਵੀ ਸਾਨੂੰ ਕੋਈ ਰੋਕ ਨਹੀਂ ਸਕਦਾ। ਸੋ ਉਹਨਾਂ ਨੇ ਬਹਾਨਾ ਬਣਾ ਕੇ ਹਿੰਦੂ ਤੋਂ ਵੀ ਵੋਟਾਂ ਦਾ ਪੱਤਾ ਖੇਡਣ ਵਾਸਤੇ, ਦੂਜਾ ਇਹਨਾਂ ਦਾ ਕਾਰਨ ਇਹ ਬਣਦਾ ਇੰਦਰਾ ਗਾਂਧੀ ਦਾ ਕਿ ਉਹਨੇ ਹਿੰਦੂ ਤੋਂ ਵੀ ਵੋਟਾਂ ਬਟੋਰਨ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀਗਾ। ਤੇ ਜੰਗ ਦੀ ਗੱਲ ਹੈ ਜਾਂ ਇਹਦੇ ਸਿੱਟਿਆਂ ਦੀ ਗੱਲ ਆ, ਹੁਣ ਇੰਦਰਾ ਗਾਂਧੀ ਵਾਸਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਇੰਦਰਾ ਦੀਆਂ ਗੋਲੀਆਂ ਉਹਦੇ ਵੱਜਣਗੀਆਂ। ਉਹ ਵੱਜੀਆਂ, ਕਿਉਂਕਿ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਦੋਨਿਆਂ ਦੇ ਕੋਲ ਜਿਹੜੇ ਹਥਿਆਰ ਸੀਗੇ, ਰਿਵਾਲਵਰ ਭਾਈ ਬੇਅੰਤ ਸਿੰਘ ਦਾ ਤੇ ਕਾਰਬਾਈਨ ਭਾਈ ਸਤਵੰਤ ਸਿੰਘ ਦੀ, ਉਹ ਇੰਦਰਾ ਗਾਂਧੀ ਨੇ ਆਪਣੀ ਰੱਖਿਆ ਵਾਸਤੇ ਉਹਨਾਂ ਨੂੰ ਦਿੱਤੀਆਂ ਹੋਈਆਂ ਸੀ। ਪਰ ਸੰਤ ਜਰਨੈਲ ਸਿੰਘ ਜੀ ਕਹਿੰਦੇ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਭਾਰਤੀ ਸਰਹੱਦਾਂ ਦੀ ਰਾਖੀ ਕਰਨ ਵਾਲੇ ਧਰਮੀ ਫੌਜੀ ਤੁਹਾਡੀ ਮਦਦ ਤੇ ਆਉਣਗੇ। ਉਹ ਹਜ਼ਾਰਾਂ ਦੀ ਗਿਣਤੀ ਵਿੱਚ ਆਏ। ਮਤਲਬ ਹਰ ਜੋ ਗੱਲ ਨਹੀਂ ਕਹੀ ਆ ਉਹ ਪੂਰੀ ਹੋਈ ਆ। ਔਰ ਇਹ ਵੀ ਨਾਲ ਕਿਹਾ ਸੀਗਾ ਕਿ ਇੰਦਰਾ ਦਾ ਜੀਵਨ ਅਤੇ ਉਹਦਾ ਰਾਜ ਖਤਮ ਹੋ ਜਾਵੇਗਾ, ਉਹ 153 ਦਿਨਾਂ ਦੇ ਵਿੱਚ ਹੀ ਹੋਏ। ਸੋ ਲਖਵਿੰਦਰ ਸਿੰਘ ਜੀ, ਜੇ ਆਪਾਂ ਗੱਲ ਕਰਦੇ ਆ ਕਿ ਹਮੇਸ਼ਾ ਜਿਹੜੀ ਇਹ ਸਵਾਲ ਉੱਠਦਾ ਹੈ ਕਿ ਐਸਾ ਕਿਹੜਾ ਕਾਰਨ ਬਣਿਆ ਜਾਂ ਐਸੀ ਕਿਹੜੀ ਗੱਲ ਕਰਕੇ ਜਿਹੜਾ ਕਿ ਇੰਦਰਾ ਗਾਂਧੀ ਨੇ ਜਿਹੜੀ ਕਿ ਇੱਕ ਦੇਸ਼ ਦੀ ਪ੍ਰਾਈਮ ਮਿਨਿਸਟਰ ਸੀ ਤੇ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਮਾਰਨ ਦੇ ਲਈ ਐਡਾ ਵੱਡਾ ਪਲਾਨ ਤਿਆਰ ਕੀਤਾ? ਇਹਦੇ ਪਿੱਛੇ ਤੁਹਾਡੇ ਕੋਲ ਕੀ ਸਬੂਤ, ਜਾਂ ਇਹ ਪਿਛਲੇ 36 ਸਾਲਾਂ ਦੇ ਵਿੱਚ ਜਾਂ ਉਸ ਸਮੇਂ ਦੌਰਾਨ ਤੁਹਾਡੇ ਕੋਲ ਕੀ ਐਸੀਆਂ ਜਿਹੜੀਆਂ ਕਿ ਚੀਜ਼ਾਂ ਜਾਂ ਕੁਝ ਤੁਹਾਨੂੰ ਸਬੂਤ ਮਿਲੇ ਹੋਣ ਕਿ ਇੰਦਰਾ ਗਾਂਧੀ ਨੇ ਇਹ ਫੈਸਲਾ ਤਾਂ ਲਿਆ ਜਾਂ ਸਿੱਖਾਂ ਨੇ ਕੋਈ ਵਧੀਕੀ ਕੀਤੀ ਹੋਵੇ ਉਹਦੇ ਨਾਲ? ਇਹਦੇ ਸਬੂਤ ਜਿਹੜੇ ਹੁਣ ਜਿਹੜੇ ਸਾਬਕਾ ਜਨਰਲ ਸਿਧਾ ਵਰਗੇ ਲੋਕ ਆ, ਉਹ ਬਕਾਇਦਾ ਇਸ ਗੱਲ ਨੂੰ ਮੰਨ ਰਹੇ ਆ। ਲਿਖੀ ਨੇ ਆਪਣੀ ਆਤਮ ਕਥਾ ਦੇ ਵਿੱਚ ਉਹਨੂੰ ਤਰੱਕੀ ਰੋਕ ਦਿੱਤੀ ਗਈ, ਕਿਉਂਕਿ 2 ਸਾਲ ਪਹਿਲਾਂ ਉਹਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਸੀਗਾ ਕਿ ਦਰਬਾਰ ਸਾਹਿਬ ਤੇ ਹਮਲਾ ਕਰਨਾ ਤੇ ਤੂੰ ਉਸ ਹਮਲੇ ਦੀ ਕਮਾਂਡ ਕਰੀ, ਪਰ ਉਸਨੇ ਇਨਕਾਰ ਕਰ ਦਿੱਤਾ ਸੀਗਾ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਉਦਾਹਰਨਾਂ ਹੈਗੀਆਂ ਜਿੱਥੋਂ ਸਾਬਤ ਹੁੰਦਾ ਕਿ ਉਹਨੇ ਜਾਣ-ਬੁੱਝ ਕੇ ਹਮਲਾ ਕੀਤਾ, ਨਹੀਂ ਤਾਂ ਇਹਦੇ ਹੋਰ ਬਹੁਤ ਤਰੀਕੇ ਸੀਗੇ। ਜ਼ਰੂਰੀ ਸੀ ਟੈਂਕਾਂ ਤੇ ਤੋਪਾਂ ਨੂੰ ਵਾੜਨਾ, ਹਮਲਾ ਕਰਨਾ। ਉਹ ਜੇ ਸੰਤਾਂ ਨੂੰ ਜਾਂ ਉੱਚ ਸਿੰਘਾਂ ਨੂੰ ਗ੍ਰਿਫਤਾਰ ਕਰਨਾ ਸੀ, ਉਹਦੇ ਹੋਰ ਬਹੁਤ ਤਰੀਕੇ ਸੀ। ਘੇਰਾ ਪਾ ਕੇ ਰੱਖ ਸਕਦੇ ਸੀ, ਕਨੈਕਸ਼ਨ ਕੱਢ ਸਕਦੇ ਸੀ, ਰਸ ਰੋਕੀ ਜਾ ਸਕਦੀ ਸੀ, ਬਹੁਤ ਜ਼ਿਆਦਾ ਤਰੀਕੇ ਸੀਗੇ। ਪਰ ਨਹੀਂ, ਉਹਨਾਂ ਦਾ ਇੱਕੋ ਇੱਕ ਮਕਸਦ ਸੀਗਾ ਕਿ ਸਿੱਖਾਂ ਨੂੰ ਤਬਾਹ ਕਰਨਾ। ਸੋ ਅਜੇ ਹੁਣ ਆਪਾਂ ਅਜੋਕੇ ਸਮੇਂ ਵੱਲ ਆਉਂਦੇ ਆ ਕਿ ਅੱਜ 36 ਸਾਲ ਬਾਅਦ ਤੁਸੀਂ ਕੀ ਸੋਚਦੇ ਹੋ ਕਿ ਸਾਡੀ ਲੀਡਰਸ਼ਿਪ ਕਿੱਥੇ ਖੜੀ ਹੈ ਇਸ ਮਸਲੇ ਨੂੰ ਲੈ ਕੇ ਕਿ ਅਸੀਂ ਐਡਾ ਵੱਡਾ ਜਿਹੜਾ ਕਿ ਐਡੀ ਸ਼ਰਮਨਾਕ ਘਟਨਾ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦੇ ਉੱਤੇ ਕੀਤੀ ਹੈ? ਸਾਡੇ ਲੀਡਰਸ ਜਿਹੜੇ ਹੈਗੇ ਨੇ, ਕੀ ਉਹਨਾਂ ਨੇ ਇਸ ਮਸਲੇ ਨੂੰ ਇੰਟਰਨੈਸ਼ਨਲ ਲੈਵਲ ਤੇ ਕਿੱਥੇ ਤੱਕ ਪਹੁੰਚਾਇਆ ਅੱਜ ਤੱਕ 36 ਸਾਲਾਂ ਦੇ ਵਿੱਚ? ਕੀ ਇੱਥੇ ਕੋਈ ਪ੍ਰਾਪਤੀ ਮਿਲੀ ਹੈ? ਲੀਡਰਸ਼ਿਪ ਵੀ ਉਸ ਵੇਲੇ ਆਪਣੀ ਦੋਗਲੀ ਸੀਗੀ। ਇੱਕ ਪਾਸੇ ਤਾਂ ਉਹ ਕੌਮ ਦੀ ਅਗਵਾਈ ਕਰਦੇ ਸੀ ਰਵਾਇਤੀ ਅਕਾਲੀ ਦਲ, ਜਿਨ੍ਹਾਂ ਵਿੱਚ ਲੌਂਗੋਵਾਲ, ਟੌਹੜਾ, ਬਾਦਲ, ਰਾਮੂਵਾਲੀਆ, ਬਰਨਾਲਾ ਵਗੈਰਾ ਸੀ ਨਾ, ਤੇ ਦੂਜੇ ਪਾਸੇ ਉਹ ਕੇਂਦਰ ਦੇ ਨਾਲ ਸਾਜ਼ਿਸ਼ਾਂ ਕਰਦੇ ਸੀ ਸਮਝੌਤੇ ਦੀਆਂ। 8 ਮੀਟਿੰਗਾਂ ਨਹੀਂ ਕੀਤੀਆਂ 1984 ਦੇ ਵਿੱਚ ਜੂਨ 1984 ਤੋਂ ਪਹਿਲਾਂ। ਔਰ ਦੂਜੇ ਪਾਸੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਸੀਗੇ ਕਿ ਸਾਡੀ ਇੰਦਰਾ ਗਾਂਧੀ ਨਾਲ ਗੱਲ ਕੋਈ ਨਹੀਂ ਹੋ ਰਹੀ, ਜਦਕਿ ਉਹਦੇ ਸਾਰੇ ਹੁਣ ਸਬੂਤ ਬਾਹਰ ਆ ਚੁੱਕੇ ਆ। ਸੋ ਇਸ ਕਰਕੇ ਜਿਹੜੀ ਇਹਦੇ ਚਾਹੇ ਰਵਾਇਤੀ ਲੀਡਰਸ਼ਿਪ, ਉਹਦੇ ਵਾਸਤੇ ਤਾਂ ਇਹ ਆ ਕੋਈ ਕੌਮ ਨਾਲ ਗਦਾਰੀਆਂ ਕੀਤੀਆਂ ਦੀ ਗਾਂ ਵੀ ਕਰਨੀਆਂ। ਔਰ ਮੈਨੂੰ ਯਾਦ ਆ ਕਿ ਇੱਕ ਵਾਰ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਨਾ ਇੱਕ ਛੋਟਾ ਜਿਹਾ ਬੱਚਾ ਆਇਆ, 8-10 ਸਾਲ ਦੀ ਉਹਦੀ ਉਮਰ ਸੀਗੀ। ਉਹਨੇ ਸਟੇਜ ਤੋਂ ਟਾਈਮ ਮੰਗਿਆ। ਸੰਤ ਭਿੰਡਰਾਂਵਾਲੇ ਵੀ ਉੱਥੇ ਸੀਗੇ ਤੇ ਲੌਂਗੋਵਾਲ ਵੀ ਬੈਠਾ ਸੀਗਾ, ਹੋਰ ਵੀ ਅਕਾਲੀ ਬੈਠੇ ਸੀਗੇ, ਤੇ ਸਾਰਿਆਂ ਨੇ ਸਟੇਜ ਸੈਕਟਰੀ ਨੇ ਬਾਕੀਆਂ ਵੱਲ ਨੂੰ ਵੇਖਿਆ। ਜਦ ਉਹਦੀ ਸੰਤਾਂ ਵੱਲ ਗਈ ਤੇ ਸੰਤਾਂ ਨੇ ਕਿਹਾ ਛੋਟਾ ਬੱਚਾ ਕੋਈ ਨਹੀਂ, ਬਲਦੇ ਰਹੋ। ਉਹ ਕਹਿੰਦਾ ਮੈਂ ਸਿਰਫ 1 ਮਿੰਟ ਬੋਲਣਾ। ਜਦੋਂ ਉਹ ਛੋਟਾ ਜਿਹਾ ਬੱਚਾ ਸਟੇਜ ਤੇ ਆਇਆ, ਉਹਨੇ ਸਿਰਫ 2 ਲਾਈਨਾਂ ਵਿੱਚ ਗੱਲ ਕੀਤੀ, ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਦਲ ਦਾ ਇਤਿਹਾਸ
ਵਰਕਰਾਂ ਦੀਆਂ ਕੁਰਬਾਨੀਆਂ ਤੇ ਲੀਡਰਾਂ ਦੀਆਂ ਗਦਾਰੀਆਂ ਦਾ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇਹਦੇ ਵਿੱਚ ਹੀ ਸਾਰਾ ਕੁਝ ਨੇ ਕਹਿ ਦਿੱਤਾ ਸੀਗਾ ਵੀ ਪਹਿਲਾ ਇਸ਼ਾਰਾ ਕਿਸਮ ਦਾ ਹੋ ਗਿਆ ਸੀਗਾ ਵੀ ਇਹਨਾਂ ਨੇ ਗਦਾਰੀਆਂ ਕਰਨੀਆਂ ਔਰ ਕੀਤੀਆਂ, ਔਰ ਬਖਤਰਬੰਦ ਗੱਡੀਆਂ ਵਿੱਚ ਬੈਠ ਕੇ ਇਹ ਲਾਸ਼ਾਂ ਉੱਪਰ ਦੀ ਲੰਘ ਕੇ ਗਏ। ਕਿਉਂਕਿ ਜਦੋਂ ਮਰਜੀਵੜਾ ਫੌਜ ਬਣਦੀ ਆ, 1 ਲੱਖ ਦੇ ਕਰੀਬ ਦੀ ਗਿਣਤੀ ਹੋ ਗਈ ਸੀ ਜਿਹਨਾਂ ਲੋਕਾਂ ਨੇ ਪ੍ਰਾਣ ਪੱਤਰ ਭਰੇ ਸੀਗੇ। ਉਹਨਾਂ ਵਿੱਚ ਸਭ ਤੋਂ ਪਹਿਲਾਂ ਮਰਜੀਵੜਾ ਟੋੜਾ ਸੀ, ਦੂਜਾ ਮਰਜੀਵੜਾ ਲੌਂਗੋਵਾਲ ਸੀ, ਤੀਜੇ ਸੰਤ ਸੀਗੇ, ਤੇ ਬਾਕੀ ਉਹਦੇ ਬਾਅਦ ਹੋਰ ਸੀਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਹੁਣ ਦੋਨੇ ਮਰਜੀਵੜਿਆਂ ਨੂੰ ਦਰਬਾਰ ਸਾਹਿਬ ਦੱਸਿਆ ਨਹੀਂ ਉਹਦਾ ਇੰਨਾ ਉੱਥੇ ਜ਼ੁਲਮ ਹੋ ਰਿਹਾ, ਫੌਜ ਲੱਗੀ ਆ, ਟੈਂਕ ਉੱਥੇ ਅੱਗ ਭਰਾ ਰਹੇ ਆ। ਇਹ ਆਰਾਮ ਨਾਲ ਬਖਤਰਬੰਦ ਗੱਡੀਆਂ 'ਚ ਬਹਿ ਗਿਆ। ਕਿਉਂ ਬਹਿ ਗਿਆ? ਕਿਉਂਕਿ ਉਹਨਾਂ ਉਸ ਵੇਲੇ ਫੌਜ ਨੂੰ ਹਦਾਇਤਾਂ ਸੀਗੀਆਂ ਕਿ ਇਹਨਾਂ ਬੰਦਿਆਂ ਨੂੰ ਬਚਾਉਣਾ, ਇਹਨਾਂ ਨੂੰ ਮਾਰਨਾ। ਲਛਵਿੰਦਰ ਜੀ, ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਤਿਹਾਸ ਦੇ ਵਿੱਚ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਜਾਂ ਜਿਹੜੇ ਉਸ ਸਮੇਂ ਦੇ ਵਿੱਚ ਜਿਨ੍ਹਾਂ ਨੇ ਅੱਖੀ ਡਿੱਠਾ ਹਾਲ ਦੇਖਿਆ ਜਾਂ ਬਹੁਤ ਸਾਰੇ ਤੱਥ ਹੁਣ ਹੋਰ ਵੀ ਬਾਹਰ ਆ ਰਹੇ ਨੇ, ਪਰ ਇੱਕ ਗੱਲ ਤਾਂ ਕਲੀਅਰ ਹੈ ਜੀ, ਇਹ ਕਹਿੰਦੇ ਜਿਹੜਾ ਮੋਰਚਾ ਹੈ ਅਕਾਲੀ ਦਲ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ, ਪਰ ਜੇ ਉਹਨਾਂ ਨੇ ਇਹ ਮੋਰਚਾ ਸ਼ੁਰੂ ਕੀਤਾ ਸੀ ਤੇ ਉਹ ਬਾਹਾਂ ਖੜੀ ਕਰਕੇ ਬਾਹਰ ਆਏ ਤੇ ਸੰਤ ਜੀ ਹੋਰਾਂ ਨੇ ਜਿਹੜਾ ਕਿ ਇਹ ਅੱਗੇ ਜਿਹੜਾ ਕਿ ਮੋਰਚਾ ਉਹ ਸਿੰਘਾਂ ਨੇ ਸਾਂਭਿਆ। ਸੋ ਫਿਰ ਇਹਦੇ ਵਿੱਚ ਕੀ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਇਹ ਸਿਰਫ ਇੱਕ ਮੋਹਰਾ ਬਣਾਉਣ ਦੇ ਲਈ ਹੀ ਇਸ ਚੀਜ਼ ਨੂੰ ਖੇਡਿਆ ਗਿਆ? ਜਦੋਂ ਨਾ ਅਕਾਲੀ ਦਲ ਦਾ ਮੋਰਚਾ ਚੱਲਿਆ ਸੀ, ਕਪੂਰੀ ਨਹਿਰ ਦਾ ਮੋਰਚਾ, ਕਪੂਰੀ ਨਹਿਰ ਜਿਹੜੀ ਉੱਥੇ ਜਿਹਦੇ ਰਾਹੀਂ ਹਰਿਆਣੇ ਨੂੰ ਪਾਣੀ ਜਾਣਾ ਸੀਗਾ, ਰਾਜਸਥਾਨ ਨੂੰ ਪਾਣੀ ਜਾਣ ਵਾਸਤੇ ਜਿਹੜੀ ਸਤਲੁਜ ਜਮਨਾ ਲਿੰਕ ਨਹਿਰ ਦਾ ਜਿਹੜਾ ਮੋਰਚਾ, ਉਹ ਮੋਰਚਾ ਲਾਇਆ ਸੀਗਾ। ਉਹ ਮੋਰਚਾ ਇਹਨਾਂ ਦਾ ਪੂਰੀ ਤਰ੍ਹਾਂ ਠੱਸ ਹੋ ਗਿਆ ਸੀਗਾ। ਇਹ ਜਾਂਦੇ ਸੀਗੇ 100-150 ਬੰਦਾ ਲੈ ਕੇ, ਤੇ ਪੁਲਿਸ ਆਉਂਦੀ ਸੀ ਇਹਨਾਂ ਬੱਸਾਂ 'ਚ ਬਹਾਲ ਕੇ ਬਾਹਰ ਦੂਰ ਦਰਾਡੇ ਜੰਗਲਾਂ 'ਚ ਜਾ ਕੇ ਲਾਹ ਆਉਂਦੇ ਸੀ। ਉੱਥੋਂ ਹੌਲੀ ਹੌਲੀ ਤੁਰ ਕੇ ਮਸੀਂ ਵਾਪਸ ਘਰਾਂ ਨੂੰ ਪਹੁੰਚਦੇ ਸੀਗੇ। ਲੋਕੀ ਇਹਨਾਂ ਨਾਲ ਨਹੀਂ ਸੀ ਤੁਰਦੇ, ਇਹਨਾਂ ਦਾ ਵਿਸ਼ਵਾਸ ਬਿਲਕੁਲ ਖਤਮ ਹੋ ਚੁੱਕਾ ਸੀਗਾ। ਤੇ ਦੂਜੇ ਪਾਸੇ ਜਿਹੜੀ ਉਸ ਵੇਲੇ ਦਰਬਾਰੇ ਦੀ ਸਰਕਾਰ ਸੀ ਜ਼ਕਰੀਆ ਦੀ, ਉਹਨੇ ਸਿੱਖ ਨੌਜਵਾਨਾਂ ਤੇ ਤਸ਼ੱਦਦ ਦਾ ਦੌਰ ਸ਼ੁਰੂ ਕਰ ਲਿਆ, ਕਿਉਂਕਿ ਉਹ ਨਰਕਧਾਰੀ ਗੁਰਬਚਨ ਨੇ ਤੇ ਉਹ ਚੇਲਿਆਂ ਨੂੰ ਬਦਲਾ ਲੈਂਦੇ ਸੀਗੇ, ਉਹਨਾਂ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਸੂਧ ਕੇ। ਸੋ ਉਹਨਾਂ ਨੇ ਦਮਦਮੀ ਟਕਸਾਲ ਦੇ 3 ਸਿੰਘ ਗ੍ਰਿਫਤਾਰ ਕਰ ਲਏ, ਤੇ ਉਹਨਾਂ ਤਿੰਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਤੇ ਉਹਨਾਂ ਦੀ ਪੈਰਵਾਈ ਕਰਨ ਵਾਸਤੇ ਭਾਈ ਅਮਰੀਕ ਸਿੰਘ ਜੀ ਤੇ ਬਾਬਾ ਠਾਰਾ ਸਿੰਘ ਜੀ ਗਏ ਸੀ। ਜਦੋਂ ਉਹ ਪੈਰਵਾਈ ਕਰਨ ਵਾਸਤੇ ਗਏ, ਜਿਹੜਾ ਪੰਜਾਬ ਦਾ ਗਵਰਨਰ ਰੈਡੀ ਸੀਗਾ, ਉਹਨਾਂ ਨੇ ਯਾਦ ਪੱਤਰ ਦਿੱਤਾ, ਜਿਹੜਾ ਅੰਮ੍ਰਿਤਸਰ ਦੇ ਗੈਸਟ ਹਾਊਸ ਵਿੱਚ ਆਇਆ ਹੋਇਆ ਸੀਗਾ। ਉਹਨੂੰ ਯਾਦ ਪੱਤਰ ਦੇ ਕੇ ਜਦੋਂ ਵਾਪਸ ਆ ਰਹੇ ਸੀ, ਉਹਨਾਂ ਦੋਨਾਂ ਨੂੰ ਵੀ ਫੜ ਲਿਆ। ਤੇ ਜਦੋਂ ਉਹਨਾਂ ਦੋਨਾਂ ਨੂੰ ਫੜਿਆ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਸ ਵੇਲੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਸੀਗੇ। ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੂੰ ਉਸ ਵੇਲੇ ਤੇਜ਼ ਬੁਖਾਰ ਚੜਿਆ ਹੋਇਆ ਸੀਗਾ, ਤੇ 2.5 ਘੰਟਿਆਂ ਦੇ ਵਿੱਚ ਹੀ ਉਹਨੇ ਆਣ ਕੇ ਉੱਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇਹ ਮੋਰਚਾ ਆਰੰਭ ਕਰ ਦਿੱਤਾ, ਜਿਹਦਾ ਜਿਹੜੀਆਂ ਮੰਗਾਂ ਉਹਦੇ ਵਿੱਚ ਮੇਨ ਮਕਸਦ ਇਹੀ ਸੀਗਾ ਕਿ ਜਿਹੜੇ ਨਜਾਇਜ਼ ਤੌਰ ਤੇ ਸਿੱਖ ਨੌਜਵਾਨ ਗ੍ਰਿਫਤਾਰ ਕੀਤੇ ਆ, ਉਹਨਾਂ ਦੀ ਰਿਹਾਈ ਅਤੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿਵਾਉਣਾ। ਤੇ ਜਿਹੜੀਆਂ ਜਿਹੜੀਆਂ ਗੱਲਾਂ ਆ, ਅਨੰਦਪੁਰ ਸਾਹਿਬ ਦਾ ਮਤਾ ਆ, ਉਹ ਅਕਾਲੀਆਂ ਨੇ ਜਦ ਦੇਖਿਆ ਵੀ 51 ਬੰਦਿਆਂ ਦਾ ਜਿਹੜਾ ਜਥਾ ਆ ਉਹ ਸੰਤ ਭੇਜਦੇ ਆ ਤੇ ਮੂਹਰੇ ਸੈਂਕੜਿਆਂ ਲੋਕੀ ਕਤਾਰ ਦੇ ਵਿੱਚ ਲੋਕੀ ਲਾਈਨਾਂ ਲਾ ਕੇ ਖੜੇ ਆ, ਅਸੀਂ ਜਾਣਾ। ਇੰਨਾ ਉਤਸ਼ਾਹ ਮਿਲਿਆ ਨਾ 2 ਵੀਕਾਂ ਤੋਂ ਪਹਿਲਾਂ ਹੀ, ਤੇ ਇਹਨਾਂ ਨੇ ਸਲਾਹ ਬਣਾ ਲਈ ਕਿ ਆਪਾਂ ਸੰਤਾਂ ਨੂੰ ਨਾਲ ਲਾ ਲਈਏ ਤੇ ਤਾਂ ਕਿ ਆਪਾਂ ਨੂੰ ਲੋਕ ਹਮਾਇਤ ਜਿਹੜੀ ਮਿਲ ਜਾਵੇ। ਸੋ 4 ਅਗਸਤ ਨੂੰ ਇਹਨਾਂ ਨੇ ਸੰਤਾਂ ਦੇ ਨਾਲ ਗੱਲ ਕਰਕੇ ਤੇ ਮੋਰਚਾ ਆਰੰਭ ਕੀਤਾ, ਪਰ ਸੰਤਾਂ ਨੇ ਉਦੋਂ ਹੀ ਕੰਡੀਸ਼ਨ ਰੱਖਤੀ ਸੀ, ਜੇ ਮੋਰਚਾ ਲਾਉਣਾ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਲਾਉਣਾ, ਪਰ ਇਹ ਮੂੰਹ ਨੂੰ ਜੂਸ ਲਾ ਕੇ ਤੇ ਮੋਰਚਾ ਪਿੱਛੇ ਨਹੀਂ ਹਟਾਇਆ ਜਾ ਸਕਦਾ, ਜਾਂ ਟਾਂਡਿਆਂ ਵਾਲੀ ਹੋਊ ਤੇ ਜਾਂ ਭਾਂਡਿਆਂ ਵਾਲੀ ਹੋਊਗੀ। ਸੋ ਇਸ ਕਰਕੇ ਜਿਹੜਾ ਇਹ ਮੋਰਚਾ ਇਸ ਤਰ੍ਹਾਂ ਲੱਗਾ ਸੀਗਾ, ਪਰ ਇਹਨਾਂ ਦੇ ਦਿਲ ਦੇ ਵਿੱਚ ਮਕਾਰੀ ਸੀਗੀ। ਇਹਨਾਂ ਦਾ ਮਕਸਦ ਕੇਵਲ ਤੇ ਕੇਵਲ ਆਪਣੀ ਸੇ ਬਣਾ ਕੇ ਪੰਜਾਬ ਦੀ ਹਕੂਮਤ ਆ ਉਹ ਹਥਿਆਉਣਾ ਸੀਗਾ, ਤੇ ਸੰਤ ਜਰਨੈਲ ਸਿੰਘ ਜੀ ਦਾ ਮਕਸਦ ਕੌਮੀ ਹੱਕਾਂ ਹਿੱਤਾਂ ਤੇ ਕੌਮੀ ਆਜ਼ਾਦੀ ਦੀ ਪੂਰਤੀ ਸੀ। ਕਿਉਂਕਿ ਉਹ ਕਹਿੰਦੇ ਸੀਗੇ ਕਿ ਸਿੱਖ ਭਾਰਤ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਆ, ਅਸੀਂ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ ਤੇ ਬਰਾਬਰ ਦੇ ਸ਼ਹਿਰੀ ਬਣਨਾ, ਜਾਂ ਅਸੀਂ ਆਜ਼ਾਦ ਹੋਣਾ। ਸੋ ਲਛਵਿੰਦਰ ਸਿੰਘ ਜੀ, ਮੈਂ ਇੱਕ ਸਵਾਲ ਅੱਜ ਤੁਹਾਨੂੰ ਹੋਰ ਵੀ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਉਸ ਸਮੇਂ ਦੇ ਵਿੱਚ ਸਾਰਾ ਕੁਝ ਆਪਣੇ ਅੱਖੀ ਦੇਖਿਆ, ਉਸ ਸਮੇਂ ਨੂੰ ਹੰਢਾਇਆ। ਪਿਛਲੇ 36 ਸਾਲਾਂ ਦੇ ਵਿੱਚ ਇੱਕ ਖਬਰ ਜਿਹੜੀ ਕਿ ਮੀਡੀਆ ਵੱਲੋਂ ਵੀ ਜਾਂ ਕਹਿ ਲਓ ਕਿ ਰਿਊਮਰ ਵੀ ਉਠਾਏ ਗਏ ਨੇ, ਇਸ ਨੂੰ ਤੁਸੀਂ ਕਲੀਅਰ ਕਰਨਾ ਕਿ ਰਿਊਮਰ ਆ ਜਾਂ ਕਿੰਨੀ ਕਿਸ ਗੱਲ 'ਚ ਸੱਚਾਈ ਹੈ, ਜਾਂ ਲੋਕਾਂ ਦੇ ਕਿਸ ਤਰੀਕੇ ਨਾਲ ਗੁੰਮਰਾਹ ਕੀਤਾ ਜਾ ਰਿਹਾ, ਇਹਦੇ ਪਿੱਛੇ ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਪਿੱਛੇ ਕਿ ਗੱਲ ਕਿਹਾ ਜਾਂਦਾ ਹਮੇਸ਼ਾ ਹੀ ਕਿ ਜੀ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਲਈ ਕਾਂਗਰਸ ਵੱਲੋਂ ਜਿਹੜਾ ਕਿ ਸੰਤ ਜਰਨੈਲ ਸਿੰਘ ਹੋਰਾਂ ਨੂੰ ਹਮਾਇਤ ਦੇ ਕੇ ਜਿਹੜਾ ਕਿ ਖੜਾ ਕੀਤਾ ਗਿਆ। ਇਹ ਹਮੇਸ਼ਾ ਹੀ ਗੱਲ ਘੁਮਾਈ ਹੋਈ ਹੈ, ਇਹਨਾਂ ਵਿੱਚ ਆਮ ਹੀ ਇਹ ਗੱਲ ਜਾਣ ਕੇ ਜਾਂ ਫੈਲਾਈ ਜਾਂਦੀ ਹੈ। ਇਹਦੇ ਪਰ ਤੁਹਾਡੀ ਕੀ ਟਿੱਪਣੀ ਹੈ, ਇਹ 'ਚ ਕਿੰਨੀ ਕੁ ਸੱਚਾਈ ਹੈ? ਇਹਦੇ ਵਿੱਚ ਬਿਲਕੁਲ ਗਲਤ ਗੱਲ ਆ, 100% ਗਲਤ ਗੱਲ ਆ। ਹੁਣ ਜਿਹੜਾ ਸੰਤੋਖ ਸਿੰਘ ਦਿੱਲੀ ਸੀਗਾ ਨਾ,
ਉਹਦੇ ਭੋਗ ਤੇ ਸੰਤ ਗਏ ਸੀ। ਉਦੋਂ ਉਸ ਵੇਲੇ ਗ੍ਰਹਿ ਮੰਤਰੀ ਸੀਗਾ ਗਿਆਨੀ ਜੈਲ ਸਿੰਘ, ਉਹ ਵੀ ਗਿਆ ਸੀਗਾ। ਉਹਦੇ ਬੈਠਿਆਂ ਤੇ ਸੰਤਾਂ ਨੇ ਕਥਾ ਕੀਤੀ ਹੁਕਮਨਾਮੇ ਦੀ, ਤੇ ਉਸ ਵੇਲੇ ਇਹਦੀ ਇੰਨੀ ਬੇਇੱਜ਼ਤੀ ਕੀਤੀ ਨਾ ਕਾਂਗਰਸ ਦੇ ਵਿੱਚ ਤੇ ਤੂੰ ਇੱਕ ਬਜ਼ੁਰਗ ਆ, ਇੱਕ ਸਿੱਖ ਆ, ਤੇ ਮੂੰਹ ਕਾਲਾ ਇਸ ਉਮਰੇ ਕਰਦਾ, ਤੇ ਤੇਰੇ ਰਾਜ ਦੇ ਵਿੱਚ ਇੰਨਾ ਜ਼ੁਲਮ ਹੁੰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਕਿਉਂ ਗ੍ਰਹਿ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਆ ਉਸ ਵੇਲੇ ਕਿਸੇ ਵੀ ਦੇਸ਼ ਦੀ। ਇੰਨੀ ਉਹਨਾਂ ਦੀ ਬੇਇੱਜ਼ਤੀ ਕੀਤੀ ਕਾਂਗਰਸ ਨੇ। ਦਾ ਜਿਹੜਾ ਮੁੱਖ ਮੰਤਰੀ ਆ ਉਹ ਵੀ ਦਰਬਾਰਾ ਪੰਜਾਬ ਦਾ ਹੀ ਸੀਗਾ, ਉਹਨੇ ਸਿੱਖ ਨੌਜਵਾਨਾਂ ਦੇ ਨਾਲ ਤਸ਼ੱਦਦ ਕੀਤਾ। ਔਰ ਚੰਦੋ ਕਲਾਂ ਨੂੰ ਘੇਰਾ ਪਾਇਆ, ਉਦੋਂ ਵੀ ਸਰਕਾਰ ਕਾਂਗਰਸ ਦੀ ਸੀਗੀ। ਬੰਬੇ ਵਿੱਚ ਘੇਰਾ ਪਾਇਆ, ਉਦੋਂ ਵੀ ਸਰਕਾਰ ਕਾਂਗਰਸ ਦੀ ਸੀ, ਜੋ ਇਹਨੂੰ ਮਾਰਨ ਵਾਸਤੇ ਪਾਇਆ। ਔਰ ਜਦੋਂ ਮਹਿਤਾ ਚੌਂਕ ਵਿੱਚ ਲੰਗਰ ਹਾਲ ਦੇ ਵਿੱਚ ਬੰਬ ਬਲਾਸਟ ਕੀਤਾ ਗਿਆ, ਉੱਥੇ ਸੰਤ ਰੋਜ਼ ਲੰਗਰ ਛਕਦੇ ਹੁੰਦੇ, ਕੁਦਰਤੀ ਉਦੋਂ ਥੋੜਾ ਲੇਟ ਹੋ ਗਏ ਤੇ ਬਲਾਸਟ ਪਹਿਲਾਂ ਹੋ ਕਰ ਦਿੱਤਾ ਇਹਨਾਂ ਨੇ। ਉਦੋਂ ਸਰਕਾਰ ਵੀ ਦਰਬਾਰੇ ਦੀ ਸੀ। ਫਿਰ ਕਿੱਦਾਂ ਕਹਿ ਸਕਦੇ ਆਪਾਂ ਕਿ ਜੇ ਕਾਂਗਰਸ ਦੀ ਸਰਕਾਰ ਸੀ, ਜੇ ਕਾਂਗਰਸ ਦੇ ਨਾਲ ਸੰਤਾਂ ਦੀ ਸਹਿਮਤੀ ਸੀ, ਤਾਂ ਕਾਂਗਰਸ ਨੇ ਉਹਨੂੰ ਬਚਾਉਣਾ ਸੀ, ਉਹਨਾਂ ਨੂੰ ਖਤਮ ਥੋੜੀ ਕਰਨਾ ਸੀਗਾ। ਉਹਨੂੰ ਜਾਣ ਕੇ ਇਹ ਜਿਹੜੀ ਅਫਵਾਹ ਹੈ ਅਕਾਲੀਆਂ ਨੇ ਇਹ ਉਸ ਵੇਲੇ ਫੈਲਾਈਆਂ ਸੀਗੀਆਂ। ਉਸ ਵੇਲੇ ਸੰਤਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਇਗਨੋਰ ਕੀਤਾ। ਅਖੀਰ ਉਹਨੇ ਇੱਕ ਵਾਰੀ ਆਪਣੀ ਲਾਈਫ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਮੇਰਾ ਕੰਮ ਹੈਗਾ ਆ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣਾ, ਉਹਨਾਂ ਦੇ ਦਾੜੀ ਕੇਸ ਰਖਾਉਣੇ, ਉਹਨਾਂ ਨੂੰ ਗੁਰਬਾਣੀ ਦੇ ਲੜ ਲਾਉਣਾ, ਕਥਾ ਕਰਨੀ ਅਤੇ ਕਥਾ ਕਰਨੀ ਸਿਖਾਉਣੀ। ਇਹ ਮੇਰਾ ਕੰਮ ਆ। ਕੌਮੀ ਹੱਕਾਂ ਹਿੱਤਾਂ ਦੀ ਗੱਲ ਕਰਨੀ, ਧਰਮ ਦੀ ਗੱਲ ਕਰਨੀ, ਉਹ ਮੇਰਾ ਕੰਮ ਆ। ਜਿਨ੍ਹਾਂ ਪੁਲਿਸ ਵਾਲਿਆਂ ਨੇ ਸਿੱਖ ਨੌਜਵਾਨਾਂ ਦਾ ਖੂਨ ਪੀਤਾ, ਉਹਨਾਂ ਪੁਲਿਸ ਵਾਲਿਆਂ ਨੂੰ ਚਾੜਾ ਛਕਾਉਣਾ, ਉਹਨਾਂ ਤੋਂ ਬਦਲਾ ਲੈਣਾ। ਜਿਨ੍ਹਾਂ ਨੇ ਗੁਰੂ ਘਰ ਦੀ ਨਿੰਦਿਆ ਕੀਤੀ ਆ, ਜਿਹੜੇ ਗੁਰਬਾਣੀ ਦੇ ਨਿੰਦਕ ਆ, ਉਹਨਾਂ ਨੂੰ ਨੱਥ ਪਾਉਣੀ, ਇਹ ਮੇਰਾ ਕੰਮ ਆ। ਜੇ ਤਾਂ ਇਹ ਕੰਮ ਹੈਗਾ ਕਾਂਗਰਸੀਆਂ ਦਾ, ਮੈਂ ਕਾਂਗਰਸੀ ਆ। ਜੇ ਕੰਮ ਹੈਗਾ ਜਨਸੰਘੀਆਂ ਦਾ, ਮੈਂ ਜਨਸੰਘੀ ਆ। ਜੇ ਕੰਮ ਕਾਮਰੇਡਾਂ ਦਾ, ਮੈਂ ਕਾਮਰੇਡ ਆ। ਜੇ ਕੰਮ ਕਹਿੰਦੇ ਸੀਗੇ ਇਹ ਮਾੜੇ ਬੰਦਿਆਂ ਦਾ, ਮੈਂ ਮਾੜਾ ਬੰਦਾ। ਜੇ ਕੰਮ ਅਕਾਲੀਆਂ ਦਾ, ਮੈਂ ਅਕਾਲੀ ਆ। ਜੇ ਕੰਮ ਸਰਕਾਰੀਆਂ ਦਾ, ਮੈਂ ਸਰਕਾਰੀ। ਜੇ ਕੰਮ ਅਕਾਲੀਆਂ ਦਾ, ਅਕਾਲੀ ਮੈਂ ਪਹਿਲਾਂ ਹੈਗਾ ਹੀ ਹੈਗਾ। ਹੁਣ ਦੱਸੋ ਇਹਦੇ ਵਿੱਚ ਕੋਈ ਕਾਂਗਰਸ ਵਾਲੀ ਗੱਲ ਹੈਗੀ ਆ? ਇਹਨਾਂ ਕੰਮਾਂ ਵਿੱਚ ਇਹਦਾ ਧਰਮ ਦੀ ਗੱਲ ਆ। ਪਰ ਜੇ ਉਹ ਸ਼ਖਸੀਅਤ ਦੀ ਗੱਲ ਕਰੀਏ ਨਾ, 1985 ਦੇ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਸੀਗਾ ਨਾ, ਇੱਕ ਜਥਾ ਗਿਆ ਉੱਥੇ ਗੁਰਪੁਰਬ ਤੇ, ਉਹਦੇ ਵਿੱਚ 3 ਵਕੀਲ ਸ਼ਾਮਲ ਸੀਗੇ। ਇਹ ਮੈਂ ਗਵਾਹ ਆ ਇਸ ਗੱਲ ਦਾ। ਉਹਨਾਂ ਤਿੰਨਾਂ ਦੇ ਵਿੱਚ ਇੱਕ ਵਕੀਲ ਸੀਗਾ ਗਹੀਰਾਂ ਦਾ, ਜਲੰਧਰ ਜ਼ਿਲ੍ਹੇ 'ਚ ਪੈਂਦਾ। ਜਦੋਂ ਜਲੰਧਰ ਤੋਂ ਨਕੋਦਰ ਨੂੰ ਜਾਈ ਰਸਤੇ ਵਿੱਚ ਪੈਂਦਾ ਗਹੀਰਾਂ ਪਿੰਡ, ਉੱਥੇ ਰਹਿਣ ਵਾਲਾ ਭਾਈ ਸੁਖਦੇਵ ਸਿੰਘ ਐਡਵੋਕੇਟ ਆ ਉਹ, ਤੇ ਉਹ ਵੀ ਵਿੱਚ ਸ਼ਾਮਲ ਸੀਗਾ। ਉਹ ਦੱਸਦਾ ਸੀਗਾ ਸਾਨੂੰ ਜੇਲ੍ਹ 'ਚ ਆ ਕੇ ਕਿ ਜਦੋਂ ਅਸੀਂ ਨਾ ਨਨਕਾਣਾ ਸਾਹਿਬ ਤੋਂ ਬਾਹਰ ਖੇਤਾਂ ਨੂੰ ਗਏ ਸੈਰ ਕਰਨ ਇੱਕ ਦਿਨ, ਤੇ ਅਸੀਂ 1.5-2 ਮੀਲ ਦਾ ਸਫ਼ਰ ਤੈਅ ਕੀਤਾ, ਤੇ ਅਸੀਂ ਦੇਖਿਆ ਕਿ ਝੁੱਗੀ ਸੀ ਛੋਟੀ ਜਿਹੀ। ਉੱਤੋਂ ਸਾਨੂੰ ਆਵਾਜ਼ ਮਾਰੀ ਕਿਸੇ ਨੇ, ਭਾਈ ਸਿੱਖੋ ਖੜ ਜਾਓ। ਕਹਿੰਦੇ ਅਸੀਂ ਖੜ ਗਏ, ਤਾਂ ਦੇਖਿਆ ਤੇ ਅੰਦਰੋਂ ਕਹਿੰਦਾ ਪਿੱਛੋਂ ਮੁੜ ਕੇ ਇੱਕ ਬਜ਼ੁਰਗ ਖੜਾ ਝੋਪੜੀ ਦੇ ਬਾਹਰ। ਅਸੀਂ ਉਹਦੇ ਕੋਲ ਚਲੇ ਗਏ। ਕਹਿੰਦਾ ਸਾਨੂੰ ਉਹਨੇ ਪੁੱਛਿਆ ਕਿ ਕੀ ਹਾਲ ਆ ਪੰਜਾਬ ਦਾ। ਅਸੀਂ ਕਹਿੰਦੇ ਉਹਨਾਂ ਸਾਰੀ ਗੱਲ ਦੱਸੀ ਕਿ ਜ਼ੁਲਮ ਬਹੁਤ ਹੋਇਆ, ਦਰਬਾਰ ਸਾਹਿਬ ਤੇ ਹਮਲਾ ਹੋਇਆ। ਕਹਿੰਦੇ ਸਾਨੂੰ ਉਹ ਕਹਿੰਦਾ ਬਜ਼ੁਰਗ, ਜਿਹਦੀ ਉਮਰ ਉਸ ਵੇਲੇ 90 ਸਾਲ ਦੇ ਕਰੀਬ ਹੋਊਗੀ, 80-90 ਸਾਲ ਦੇ ਕਰੀਬ, ਸਾਨੂੰ ਉਹ ਕਹਿੰਦਾ ਕਿ ਤੁਸੀਂ ਮੇਰਾ ਕੰਮ ਕਰੋਗੇ? ਕਹਿੰਦਾ ਦੱਸੋ ਬਾਬਾ ਜੀ, ਦੱਸੋ ਤੁਸੀਂ ਕੀ ਪੁੱਛਣਾ। ਤੁਸੀਂ ਦੱਸੋ। ਕਹਿੰਦੇ ਸੰਤ ਜਰਨੈਲ ਸਿੰਘ ਜੀ ਤੁਸੀਂ ਤੁਹਾਡੇ ਵਿੱਚੋਂ ਕਿਸੇ ਨੇ ਸੰਗਤ ਕੀਤੀ ਆ, ਕਿਸੇ ਨੇ ਉਹਨਾਂ ਦਾ ਸਾਥ ਮਾਣਿਆ? ਇਹ ਕਹਿੰਦੇ ਨਹੀਂ, ਪਰ ਸਾਨੂੰ ਪਤਾ ਹੈਗਾ ਸਾਰਾ, ਕਿੱਦਾਂ ਉਹ ਜਥੇਦਾਰ ਬਣੇ ਆ ਔਰ ਕਿੱਦਾਂ ਉਹਨੇ ਕੌਮ ਲਈ ਕੁਰਬਾਨੀ ਕੀਤੀ। ਉਹ ਬਜ਼ੁਰਗ ਕਹਿੰਦਾ ਕਿ ਤੁਹਾਡੇ ਜਥੇ ਦੇ ਵਿੱਚ ਕੋਈ ਹੋਊ ਇਹੋ ਜਿਹਾ ਬੰਦਾ, ਤੁਸੀਂ ਲਿਆ ਕੇ ਮੈਨੂੰ ਮਿਲਾ ਸਕਦੇ ਆ? ਕਹਿੰਦਾ ਬਾਬਾ ਸਾਨੂੰ ਕੰਮ ਦੱਸ, ਜਿਹੜਾ ਤੂੰ ਕੰਮ ਕਰਨਾ ਉਹ ਦੱਸ, ਅਸੀਂ ਉਹ ਕੰਮ ਕਰਨ ਨੂੰ ਤੇਰਾ ਤਿਆਰ ਆ। ਪੁੱਛਦਾ ਸਾਨੂੰ ਜੋ ਪੁੱਛਣਾ। ਕਹਿੰਦਾ ਮੈਂ ਉਸ ਬੰਦੇ ਦੇ ਪੈਰਾਂ ਨੂੰ ਹੱਥ ਲਾਉਣਾ। ਹੁਣ ਉਹ ਬਜ਼ੁਰਗ ਨੇ ਤਾਂ ਸੰਤ ਨਹੀਂ ਦੇਖੇ ਸੀਗੇ, ਉਹਨੇ ਤਾਂ ਨਹੀਂ ਦੇਖੇ ਹੋਣਗੇ ਸੰਤ। ਪਾਕਿਸਤਾਨ 'ਚ ਰਹਿੰਦਾ ਬੰਦਾ, ਝੌਂਪੜੀ 'ਚ ਰਹਿਣ ਡਿਆ, ਉਹਨੇ ਕਿੱਥੋਂ ਸੰਤ ਦੇਖ ਲਿਆ? ਉਹਦੀ ਆਹ ਸੋਚ ਆ। ਔਰ ਆਪਣੇ ਜਿਹੜੇ ਗਦਾਰ ਲੋਕ ਆ, ਸਿੱਖ ਜਿਹੜੇ, ਉਹਨਾਂ ਨੂੰ ਸੰਤ ਹਾਲੇ ਵੀ ਕਾਂਗਰਸੀ ਦਿਸੀ ਜਾਣ। ਹਮੇਸ਼ਾ ਹੀ ਜਿਹੜੇ ਕੌਮ ਦੀ ਅਗਵਾਈ ਕਰਦੇ ਹੁੰਦੇ, ਕੌਮ ਦੀ ਜਿਹੜੀ ਤੇ ਇਨਕਲਾਬੀ ਲੀਡਰ ਹੁੰਦੇ ਆ, ਉਹ ਇਨਕਲਾਬੀ ਲੀਡਰ ਹਮੇਸ਼ਾ ਹੀ ਜਿਹੜੇ ਢਿੱਲਪੱਤੀ ਵਾਲੇ ਹੁੰਦੇ ਆ, ਉਹਨਾਂ ਨੂੰ ਇਹੋ ਜਿਹੇ ਲੱਗਦੇ ਹੁੰਦੇ, ਸਰਕਾਰੀ ਲੱਗਦੇ ਹੀ ਰਹਿਣੇ ਆ। ਕਿਉਂਕਿ ਇਹ ਇੱਕ ਮੁਹਾਵਰਾ ਹੀ ਬਣ ਚੁੱਕਾ ਕਿ ਪਹਿਲਾ ਇਲਜ਼ਾਮ ਅੱਜ ਦੇ ਸਮੇਂ ਵਿੱਚ ਵੀ ਇਹੀ ਆ ਕਿ ਪਹਿਲਾ ਇਲਜ਼ਾਮ ਹੈ ਖਾ ਗਿਆ, ਦੂਜਾ ਇਲਜ਼ਾਮ ਹੈ ਰਲ ਗਿਆ, ਤੀਜਾ ਇਲਜ਼ਾਮ ਹੈ ਸਰਕਾਰੀ, ਚੌਥਾ ਇਲਜ਼ਾਮ ਹੈ ਟੌਰ ਕੈਟ ਗਦਾਰ। ਬਸ। ਸੋ ਲਛਮਿੰਦਰ ਸਿੰਘ ਜੀ, ਮੈਨੂੰ ਲੱਗਦਾ ਕਿ ਅੱਜ ਦਾ ਪ੍ਰੋਗਰਾਮ ਬਹੁਤ ਜ਼ਿਆਦਾ ਸਾਡੇ ਦਰਸ਼ਕਾਂ ਦੇ ਲਈ ਇਨਫੋਰਮੇਸ਼ਨ ਵਾਲਾ ਹੋਏਗਾ। ਤੁਸੀਂ ਜਿਹੜੀਆਂ ਡੇਟਾਂ ਦੇ ਨਾਲ ਪੂਰੀਆਂ ਉਸ ਸਮੇਂ ਦੀਆਂ ਕੁਝ ਜਿਹੜੀਆਂ ਕਿ ਲੀਡਰਾਂ ਦੇ ਨਾਮ ਲੈ ਕੇ ਸੰਤਾਂ ਦੇ ਜਿਹੜੇ ਬੋਲ ਨੇ ਉਹ ਸਾਂਝੇ ਕੀਤੇ ਨੇ। ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਸ਼ੋਅ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਜਿਹੜੀ ਅੱਜ ਸਾਡੀ ਤੀਜੀ ਜਨਰੇਸ਼ਨ ਹੋ ਗਈ ਹੈ,
ਉਹਨਾਂ ਤੱਕ ਇਹ ਗੱਲਾਂ ਪਹੁੰਚਾਉਣੀਆਂ ਜਿਹੜੀਆਂ ਕਿ ਆਪਣੇ ਬਲਜਿੰਦਰ ਸਿੰਘ ਜਿਹੜਾ ਵਕੀਲ ਦੀ ਮੈਂ ਗੱਲ ਕੀਤੀ ਭਾਈ ਸੁਖਦੇਵ ਸਿੰਘ ਹੀ ਆ, ਉਹਨੇ ਮੇਰੇ ਨਕੋਦਰ ਥਾਣੇ ਵਾਲੇ ਸਾਰੇ ਕੇਸ ਉਹਨੇ ਲੜੇ ਸੀ, ਔਰ ਉਹਨੇ ਸਾਨੂੰ ਖੁਦ ਦੱਸਿਆ ਸੀਗਾ ਜਦੋਂ ਅਸੀਂ ਬਜ਼ੁਰਗ ਦੀਆਂ ਗੱਲਾਂ ਸੁਣੀਆਂ ਨਾ, ਗੱਲ ਸੁਣੀ, ਕਹਿੰਦੇ ਮੇਰੀਆਂ ਕਹਿੰਦਾ ਧਾਹਾਂ ਨਿਕਲ ਗਈਆਂ ਸੀ ਉਸ ਵੇਲੇ। ਤੇ ਉਹ ਤੋਂ ਵਾਪਸ ਆਣ ਕੇ ਉਹਨੇ ਅੰਮ੍ਰਿਤ ਛਕਿਆ, ਔਰ ਕਹਿੰਦਾ ਮੈਂ ਮਨ 'ਚ ਫੈਸਲਾ ਕਰ ਲਿਆ ਸੀਗਾ ਕਿ ਮੈਂ ਇਸ ਕੰਮ ਨਾਲ ਸੇਵਾ ਕਰ ਸਕਦਾ, ਜਿਹਦੇ ਵੀ ਕੇਸ ਲੜੂੰਗਾ ਮੈਂ ਨੌਜਵਾਨਾਂ ਦੇ ਲੜਨੇ ਕੇਸ ਪਹਿਲ ਦੇ ਆਧਾਰ ਤੇ ਫ੍ਰੀ ਲੜਨੇ, ਔਨ ਫ੍ਰੀ ਲੜੇ ਉਹਨੇ। ਉਹ ਤੇ 157 ਦਾ ਕੇਸ ਪਿਆ ਸੀ, ਉਹ ਜਲੰਧਰ ਜਿਹਦੇ ਵਿੱਚ ਆਇਆ ਸੀ, ਅਸੀਂ ਉਹ ਤੋਂ ਪਹਿਲਾਂ ਜ਼ਿਲ੍ਹੇ ਜੇਲ੍ਹ ਦੇ ਵਿੱਚ ਸੀਗੇ, ਸਾਡੇ ਦੇ 7 ਕੇਸ ਸੀਗੇ ਮੇਰੇ ਤੋਂ ਉਸ ਵੇਲੇ। ਉਹਨੇ ਸਾਨੂੰ ਖੁਦ ਆ ਕੇ ਗੱਲ ਦੱਸੀ ਸੀਗੀ, ਤੇ ਜਦ ਮੈਂ ਦੂਜੀ ਵਾਰੀ ਫੜਿਆ ਤੇ ਮੇਰੇ ਸਾਰੇ ਕੇਸ ਉਹਨੇ ਲੜੇ ਸੀ ਨਕੋਦਰ ਦੇ। ਸੋ ਲਖਵਿੰਦਰ ਸਿੰਘ ਜੀ, ਆਪਣਾ ਸਮਾਂ ਬਿਲਕੁਲ ਸਮਾਪਤੀ ਵੱਲ ਜਾ ਰਿਹਾ। ਮੈਂ ਆਖਰ ਦੇ ਵਿੱਚ ਇੱਕ ਸਵਾਲ ਹੋਰ ਕਰਕੇ ਆਪਾਂ ਸਮਾਪਤੀ ਕਰਨੀ ਹੈ। ਗੱਲ ਕਰਾਂਗੇ ਆਪਾਂ ਹੁਣ ਅਜੋਕੇ ਯੁੱਗ ਦੀ। ਤੁਸੀਂ ਪਿਛਲੇ 36 ਸਾਲ ਪੁਰਾਣਾ ਉਹ ਘਟਨਾ ਨਾਲ ਜੁੜੇ ਹੋਏ ਕੁਝ ਤੱਥ ਸਾਹਮਣੇ ਰੱਖੇ ਨੇ, ਜਿਹੜੇ ਕਿ ਅਸੀਂ ਕਹਿੰਦੇ ਆ ਕਿ ਨੈਵਰ ਫੋਰਗੇਟ 1984। ਤੁਸੀਂ ਅੱਜ ਉਸ ਗੱਲ ਦੇ ਉੱਤੇ ਪਹਿਰਾ ਦੇ ਕੇ ਗੱਲ ਦੱਸੀ ਹੈ ਕਿ ਸਾਨੂੰ ਕਿਉਂ ਨਹੀਂ ਭੁੱਲਣਾ ਚਾਹੀਦਾ, ਕਿ ਜਿਹੜੇ ਤੱਥ ਨੇ ਤੁਸੀਂ ਉਹ ਦੱਸੇ ਨੇ ਕਿ ਇਹ ਤੱਥ ਅੱਗੇ ਜਾਣ, ਇਸ ਕਰਕੇ ਸਾਨੂੰ ਇਹ ਦਿਨ ਹਮੇਸ਼ਾ ਯਾਦ ਰੱਖਣੇ ਚਾਹੀਦੇ ਨੇ। ਤੇ ਖਾਸ ਤੌਰ ਤੇ ਜਦੋਂ ਇਹ ਦਿਹਾੜੇ ਆਉਂਦੇ ਨੇ ਤੇ ਵੱਧ ਤੋਂ ਵੱਧ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਸ਼ਰਧਾਂਜਲੀਆਂ ਦੇਣੀਆਂ ਚਾਹੀਦੀਆਂ ਨੇ। ਪਰ ਉੱਥੇ ਮੈਂ ਤੁਹਾਡੇ ਤੋਂ ਇਹ ਗੱਲ ਹੁਣ ਆਖਰ ਜਾਣਨਾ ਚਾਹੁੰਦਾ ਕਿ ਅਜੋਕੇ ਸਮੇਂ ਦੇ ਵਿੱਚ ਤੁਸੀਂ 1984 ਦਾ ਵੀ ਦੌਰ ਦੇਖ ਲਿਆ, ਤੁਸੀਂ ਅੱਜ 2020 ਦੇ ਵਿੱਚ ਹੋ। ਤੁਸੀਂ ਕੀ ਸਮਝਦੇ ਹੋ ਕਿ ਅੱਜ ਸਾਡੇ ਜਿੰਨਾ ਵੀ ਸਿੱਖ ਭਾਈਚਾਰਾ ਹੈ, ਸਾਨੂੰ ਕਿਸ ਚੀਜ਼ ਦੇ ਉੱਤੇ ਜ਼ੋਰ ਦੇਣਾ ਚਾਹੀਦਾ? ਚਾਹੇ ਸਾਡੀ ਜਨਰੇਸ਼ਨ ਹੈ, ਚਾਹੇ ਸਾਡਾ ਧਰਮ ਹੈ, ਚਾਹੇ ਸਾਡਾ ਪਰਿਵਾਰ ਹੈ। ਤੁਹਾਡਾ ਲਾਈਫ ਐਕਸਪੀਰੀਅੰਸ ਕੀ, ਅੱਜ ਤੁਸੀਂ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਇਸ ਇਤਿਹਾਸ ਦੇ ਪੱਖਾਂ ਨੂੰ ਤੁਸੀਂ ਅੱਗੇ ਰੱਖਿਆ ਅਜੋਕੇ ਯੁੱਗ ਦੇ ਵਿੱਚ, ਕਿ ਅਸੀਂ ਨੈਵਰ ਫੋਰਗੇਟ 1984 ਦੇ ਉੱਤੇ ਪਹਿਰਾ ਦਈਏ ਤਾਂ ਸਾਨੂੰ ਕੀ ਕਰਨਾ ਚਾਹੀਦਾ? ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਗੁਰਬਾਣੀ ਦੇ ਲੜ ਲੱਗਣਾ ਚਾਹੀਦਾ, ਅਮਰ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ, ਨੰਬਰ 1। ਫਿਰ ਆਪਣਾ ਜੀਵਨ ਧਾਰਮਿਕ ਤੌਰ ਤੇ ਉੱਚਾ ਉਠਾਉਣਾ ਚਾਹੀਦਾ, ਜਿਹਦੇ ਤੇ ਜਿਹੜੇ ਆਪਣੇ ਗੁਰੂ ਸਾਹਿਬ ਨੇ ਸਿਧਾਂਤ ਬਖਸ਼ੇ ਆ ਉਹਨਾਂ ਸਿਧਾਂਤਾਂ ਤੇ ਚੱਲਣਾ ਚਾਹੀਦਾ। ਪਰ ਆਪਣੇ ਹੱਕਾਂ ਹਿੱਤਾਂ ਦੀ ਪ੍ਰਾਪਤੀ ਵਾਸਤੇ ਕੌਮੀ ਆਜ਼ਾਦੀ ਲਈ ਜਿਹੜਾ ਸੰਘਰਸ਼ ਚੱਲ ਰਿਹਾ ਖਾਲਿਸਤਾਨ ਦਾ, ਉਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ, ਜਿੱਦਾਂ ਮਰਜ਼ੀ ਕੋਈ ਪਾਵੇ। ਇਹ ਜ਼ਰੂਰੀ ਨਹੀਂਗਾ ਕਿ ਉਹਨੇ ਹਥਿਆਰੇ ਚੱਕਣੇ ਆ, ਜਾਂ ਜ਼ਰੂਰੀ ਨਹੀਂ ਕਿ ਉਹਨੇ ਕਿਸੇ ਹੋਰ ਤਰੀਕਾ ਹੀ ਵਰਤਣਾ। ਜਿਹੜਾ ਵੀ ਕਿਸੇ ਨੂੰ ਸੂਟੇਬਲ ਹੈਗਾ, ਜਿਹਦੇ ਨਾਲ ਕੌਮ ਦਾ ਭਲਾ ਹੋ ਸਕਦਾ, ਕੌਮ ਨੂੰ ਆਜ਼ਾਦੀ ਮਿਲ ਸਕਦੀ ਆ, ਉਹ ਕਾਰਜ ਕਰਨੇ ਚਾਹੀਦੇ ਆ। ਔਰ ਇਹਦੇ ਵਾਸਤੇ ਮੈਂ ਅੱਜ ਉਸ ਗੱਲ ਨੂੰ ਫੇਰ ਦੁਹਰਾਵਾਂਗਾ, ਜਿਹੜੀ ਗੱਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮਾਸਿਕ ਰਸਾਲੇ ਸ਼ਮਸ਼ੀਰ ਦਸਤ ਵਿੱਚ ਹਰ ਮਹੀਨੇ ਦੁਹਰਾਈ ਜਾਂਦੀ ਸੀ। 10 ਪੁਆਇੰਟ ਲਿਖੇ ਹੁੰਦੇ ਸੀਗੇ, ਉਹਨਾਂ ਵਿੱਚ ਇੱਕ ਪੁਆਇੰਟ ਇਹ ਹੁੰਦਾ ਸੀਗਾ ਅਖੀਰ ਦੇ ਵਿੱਚ ਕਿ ਹਰੇਕ ਸਿੱਖ ਹਰ ਰੋਜ਼ ਘੱਟ ਤੋਂ ਘੱਟ 15 ਮਿੰਟ ਬੈਠ ਕੇ ਇਹ ਸੋਚ ਵਿਚਾਰ ਕਰੇ ਆਪਣੇ ਮਨ ਦੇ ਨਾਲ ਕਿ ਮੈਂ ਕੌਮ ਦੀ ਚੜ੍ਹਦੀ ਕਲਾ ਵਾਸਤੇ, ਕੌਮ ਦੇ ਹੱਕਾਂ ਹਿੱਤਾਂ ਦੀ ਪ੍ਰਾਪਤੀ ਵਾਸਤੇ, ਧਰਮ ਦੇ ਪ੍ਰਸਾਰ ਵਾਸਤੇ ਮੈਂ ਕਿਵੇਂ ਯੋਗਦਾਨ ਪਾ ਸਕਦਾ। ਸੋ ਇਸ ਗੱਲ ਨੂੰ ਦੁਹਰਾਉਣ ਦੀ ਲੋੜ ਆ ਕਿ ਇਹ ਹਰੇਕ ਸਿੱਖ ਇਹ ਸੋਚੇ ਕਿ ਅਸੀਂ ਗੁਲਾਮ ਆ ਭਾਰਤ ਵਿੱਚ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਸ ਗੁਲਾਮੀ ਤੋਂ ਛੁਟਕਾਰਾ ਪਾਉਣ ਵਾਸਤੇ ਜਿਹੜੀ ਤਹਿਰੀਕ ਚੱਲਦੀ ਆ, ਉਹਦੇ ਵਿੱਚ ਮੈਂ ਯੋਗਦਾਨ ਕਿਵੇਂ ਪਾਉਣਾ, ਜਾਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਿਵੇਂ ਕੀਤਾ ਜਾ ਸਕਦਾ, ਮੇਰਾ ਉਹਦੇ ਵਿੱਚ ਕੀ ਰੋਲ ਹੋ ਸਕਦਾ, ਇਹ ਉਸ ਨੂੰ ਵਿਚਾਰਨ ਦੀ ਲੋੜ ਆ। ਤੇ ਦੂਜੀ ਗੱਲ ਇੱਕ ਵਾਰ ਫੇਰ ਮੈਂ ਦੁਹਰਾਵਾਂਗਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇਹੋ ਜਿਹੇ ਸ਼ਖਸੀਅਤ ਹੋਏ ਆ ਜਿਹੜੇ ਸਦੀਆਂ ਬਾਹਰ ਕਿਸੇ ਕੌਮ ਨੂੰ ਮਿਲਦੇ ਹੁੰਦੇ ਆ। ਔਰ ਇਹ ਮੇਰੀ ਇਕੱਲੇ ਦੀ ਗੱਲ ਨਹੀਂ ਹੈਗੀ, ਤੇ ਪਾਕਿਸਤਾਨ ਦੇ ਮੁਸਲਮਾਨਾਂ ਭਰਾਵਾਂ ਦੀ ਸੋਚ ਆ, ਜਿਹੜੀ ਉਹਨਾਂ ਨੇ ਇੱਕ ਨਹੀਂ ਸਾਡੇ ਨਾਲ ਅਨੇਕਾਂ ਵਾਰ ਵੱਖ-ਵੱਖ ਥਾਵਾਂ ਤੇ ਪਾਕਿਸਤਾਨ ਜੋ ਜਾਈਦਾ ਤੋਂ ਸਾਂਝੀ ਕੀਤੀ ਉਹਨਾਂ ਨੇ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ, ਨਾ ਕੋਈ ਉਹਦੇ ਵਰਗਾ ਹੋਇਆ ਹਾਲੇ ਤੱਕ ਤੇ ਨਾ ਹੀ ਹਾਲੇ ਹੋਣ ਦੀ ਸੰਭਾਵਨਾ ਆ। ਆਪਣੀ ਅਰਦਾਸ ਜ਼ਰੂਰ ਆ ਕਿ ਕੌਮ ਨੂੰ ਉਹਨਾਂ ਵਰਗਾ ਲੀਡਰ, ਉਹਨਾਂ ਵਰਗਾ ਰਹਿਬਰ, ਉਹਨਾਂ ਵਰਗਾ ਮਸੀਹਾ ਕੌਮ ਨੂੰ ਪ੍ਰਾਪਤ ਹੋਵੇ। ਓਕੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਜਾਵਾਂ, ਸਾਡੇ ਅੱਜ ਦੇ ਜਿਹੜੇ ਕਿ ਸ਼ੋਅ ਦੇ ਮਹਿਮਾਨ ਸਨ ਸਰਦਾਰ ਲਖਵਿੰਦਰ ਸਿੰਘ ਡੱਲੇਵਾਲ, ਜਿਹੜੇ ਕਮੈਂਟਰੀ ਤੋਂ ਨੇ ਤੇ ਜਿਨ੍ਹਾਂ ਨੇ ਅੱਜ ਸ਼ੋਅ 'ਚ ਸ਼ਿਰਕਤ ਕਰਕੇ ਨੈਵਰ ਫੋਰਗੇਟ 1984 ਦੇ ਬਾਰੇ ਜਿਹੜੀ ਅੱਜ ਗੱਲਬਾਤ ਹੋਈ ਹੈ। ਸਾਡਾ ਐਪੀਸੋਡ 2 ਸੀਗਾ। ਸ਼ੋਅ ਦੀ ਲੜੀ ਚੱਲਦੀ ਪਈ ਹੈ AK-47 ਵਾਲੇ, ਜਿਨ੍ਹਾਂ ਨੂੰ ਇਸ ਸ਼ੋਅ ਦੇ ਵਿੱਚ ਅਸੀਂ ਇਸ ਪ੍ਰੋਗਰਾਮ 'ਚ ਗੱਲਬਾਤ ਕਰਦੇ ਪਏ ਹਾਂ। ਤੁਹਾਡਾ ਬਲਜਿੰਦਰ ਸਿੰਘ ਨਾਮ ਤੁਸੀਂ ਬਹੁਤ ਵਧੀਆ ਰੱਖਿਆ, ਨਾਮ ਬਹੁਤ ਵਧੀਆ ਇਹ ਪ੍ਰੋਗਰਾਮ ਦਾ AK-47। ਥੈਂਕ ਯੂ ਜੀ। ਹਮੇਸ਼ਾ ਗੱਲਾਂ ਹੁੰਦੀਆਂ ਨੇ, ਅਸੀਂ ਤਾਂ ਇਹ ਸ਼ੋਅ ਦਾ ਨਾਂ ਚੂਜ਼ ਕੀਤਾ ਕਿ ਹਮੇਸ਼ਾ ਹੀ ਚਾਹੇ ਉਹ ਸਿੱਧੇ ਰੂਪ ਦੇ ਵਿੱਚ ਟਾਰਗੇਟ ਕੀਤਾ ਜਾਂਦਾ ਜੀ AK-47 ਵਾਲੇ, ਤਾਂ ਅਸੀਂ ਸ਼ੋਅ ਦਾ ਨਾਂ ਹੀ ਉਹ ਰੱਖਿਆ AK-47 ਵਾਲੇ। ਤਾਂ ਪਤਾ ਚੱਲ ਜਾਵੇ ਕਿ AK-47 ਵਾਲਿਆਂ ਦਾ ਸਿਧਾਂਤ ਕੀ ਸੀ, ਉਹਨਾਂ ਨੇ ਕੀ ਕੰਮ ਕੀਤੇ ਨੇ, ਤੇ ਉਹਨਾਂ ਦੇ ਸੰਗੀ ਸਾਥੀਆਂ ਤੁਹਾਡੇ ਵਰਗਿਆਂ ਤੋਂ ਜਿਹੜਾ ਕਿ ਸਹੀ ਤੱਥ ਸਾਹਮਣੇ ਲਿਆਂਦੇ ਜਾਣ। ਨਾਲ AK-47 ਦੀ ਤਾਂ ਜਿਹੜੀ ਹੈਗੀ ਆ ਅਹਿਮੀਅਤ ਵੀ ਬਹੁਤ ਰਹੀ ਆਪਣੇ ਸੰਘਰਸ਼ ਦੇ ਵਿੱਚ, ਔਰ ਚੀਜ਼ ਵੀ ਵਾਲੀ ਵਾਧੂ ਆ ਉਹ।
ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਇਹ ਸਨ ਸਰਦਾਰ ਈਸ਼ਵਰ ਸਿੰਘ ਡੱਲੇਵਾਲ ਕਵੈਂਟਰੀ ਤੋਂ, ਜਿਨ੍ਹਾਂ ਕਿ ਸਿੱਖ ਸੰਘਰਸ਼ ਵਿੱਚ ਆਪਣਾ ਬੜਾ ਯੋਗਦਾਨ ਵੀ ਪਾਇਆ ਤੇ ਅੱਜ ਕੁਝ ਅਹਿਮ ਵੀ ਕੀਤੇ ਨੇ ਤੇ ਕੁਝ ਅਹਿਮ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ। ਤੇ ਆਓ ਦਰਸ਼ਕੋ, ਇਸ ਸ਼ੋਅ ਦੇ ਵਿੱਚ ਵਿਚਾਰ ਕਰਦੇ ਹੋਏ ਮੇਰੇ ਕੋਲੋਂ ਜਾਂ ਸਾਡੇ ਗੈਸਟ ਵੱਲੋਂ ਕੁਝ ਵੀ ਅਜਿਹੇ ਸ਼ਬਦ ਵਰਤੇ ਗਏ ਹੋਣ ਜਿਸ ਨਾਲ ਤੁਹਾਡੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਉਸ ਲਈ ਖਿਮਾ ਲਈ ਜਾ ਚੁੱਕਿਆ। ਇਸ ਕਹਿ ਲਓ ਕਿ ਜੀ ਇਸ 21ਵੀਂ ਸਦੀ ਦੇ ਵਿੱਚ ਇਸ ਵੇਲੇ ਸਭ ਨੂੰ ਫ੍ਰੀडम ऑफ स्पीच है, हर ਨੂੰ ਆਪਣੇ ਜਿਹੜਾ ਕਿ ਵਿਚਾਰ ਰੱਖਣ ਦਾ ਅਧਿਕਾਰ ਹੈ। ਹੋ ਸਕਦਾ ਕਈ ਇਸ ਨਾਲ ਸਹਿਮਤ ਹੋਣ, ਕਈ ਅਸਹਿਮਤ ਵੀ ਹੋ ਸਕਦੇ ਨੇ। ਸਾਡਾ ਫਰਜ਼ ਸਿਰਫ ਇਹਨਾਂ ਹੈ ਕਿ ਜੇ ਕਿਸੇ ਦੇ ਕੋਲ ਕੋਈ ਚੀਜ਼ ਹੈ, ਕੋਈ ਵੀ ਆਪਣੇ ਜਿਹੜੇ ਫੀਲਿੰਗ ਐਕਸਪ੍ਰੈਸ ਕਰਨਾ ਚਾਹੁੰਦਾ, ਉਸ ਨੂੰ ਅਸੀਂ ਅੱਗੇ ਇਹ ਆਉਣ ਦਾ ਮੌਕਾ ਦਿੰਦੇ ਹਾਂ। ਸੋ ਉਮੀਦ ਹੈ ਕਿ ਤੁਹਾਨੂੰ ਸਾਡੇ ਇਹ ਜਾਣਕਾਰੀ ਭਰਪੂਰ ਪ੍ਰੋਗਰਾਮ ਚੰਗੇ ਲੱਗਦੇ ਹੋਣਗੇ ਤੇ ਜੇ ਤੁਹਾਨੂੰ ਪ੍ਰੋਗਰਾਮ ਚੰਗੇ ਲੱਗਦੇ ਨੇ ਤੁਸੀਂ ਫੀਡਬੈਕ ਦੇ ਸਕਦੇ ਹੋ britishpunjabitv@gmail.com ਤੇ ਜਾਂ ਤੁਸੀਂ ਸਾਨੂੰ ਫੋਨ ਕਰਕੇ ਵੀ ਜਿਹੜੇ ਕਿ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤਾਂ ਕਿ ਆਉਣ ਵਾਲੇ ਗੈਸਟਾਂ ਦੇ ਨਾਲ ਵੀ ਅਸੀਂ ਤੁਹਾਡੇ ਸਵਾਲ ਜਿਹੜੇ ਕਿ ਅੱਗੇ ਰੱਖ ਸਕਦੇ ਹਾਂ। ਸੋ ਦੋਸਤੋ, ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਜਾਣ ਤੋਂ ਪਹਿਲਾਂ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਚੰਗੀ ਇਨਫੋਰਮੇਸ਼ਨ ਹੋਰ ਭੈਣਾਂ ਭਰਾਵਾਂ ਤੱਕ ਵੀ ਪਹੁੰਚ ਸਕੇ। ਸੋ ਇਹ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਜੀ ਆਇਆਂ ਸਵਾਗਤ ਕਿ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣਦੇ ਪਏ ਹੋ। ਤੁਹਾਡੀਆਂ ਬਹੁਤ ਸਾਰੀਆਂ ਪਿਆਰ ਭਰੀਆਂ ਦੁਆਵਾਂ, ਆਸ਼ੀਰਵਾਦ ਸਾਨੂੰ ਮਿਲਦੇ ਪਏ ਨੇ, ਉਸ ਲਈ ਤੁਹਾਡਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ। ਸੋ ਬ੍ਰਿਟਿਸ਼ ਪੰਜਾਬੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਜੂਨ 84 ਦੇ ਦਿਨਾਂ ਦੇ ਵਿੱਚ ਵਾਪਰੇ ਇਸ ਤੀਜੇ ਘੱਲੂਘਾਰੇ ਨੂੰ ਲੈ ਕੇ ਸਾਰੇ ਹੀ ਸਮੂਹ ਸ਼ਹੀਦਾਂ ਨੂੰ ਵੀ ਅਸੀਂ ਸ਼ਰਧਾਂਜਲੀ ਦਿੰਦੇ ਹਾਂ। ਉਹ ਸਾਰੇ ਜਿਹੜੇ ਕਿ ਸ਼ਰਧਾਲੂ ਗੁਰੂ ਘਰ ਮੱਥਾ ਟੇਕਣ ਨਮਸਤਕ ਹੋਣਗੇ ਸਨ, ਉਹ ਵੀ ਇਸ ਤੀਜੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਜਾਂ ਆਪਣੇ ਜਾਨਾਂ ਗਵਾਈਆਂ ਨੇ, ਉਹਨਾਂ ਦੇ ਨਾਲ ਵੀ ਜਿਹੜਾ ਕਿ ਅਸੀਂ ਨਿੱਘੀ ਸ਼ਰਧਾਂਜਲੀ ਭੇਂਟ ਕਰਦੇ ਹਾਂ। ਸੋ ਆਓ ਇੱਥੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।